ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਹੋ ਰਹੀਆਂ ਨੇ। ਯੂਨੀਵਰਸਿਟੀ ਦੇ ਨਾਲ ਚੰਡੀਗੜ੍ਹ ਦੇ ਕਾਲਜਾਂ ਵਿੱਚ ਵੀ ਚੋਣਾਂ ਹੋ ਰਹੀਆਂ ਨੇ। ਵਿਦਿਆਰਥੀ ਸਿਆਸਤ ਨੂੰ ਮੁਲਕ ਦੀ ਸਿਆਸਤ ਦਾ ਨਮੂਨਾ ਮੰਨਿਆ ਜਾਂਦਾ ਹੈ। ਇਹਨਾਂ ਚੋਣਾਂ ਵਿੱਚ ਕਿਹੋ ਜਿਹੀ ਸਿਆਸਤ ਝਲਕਦੀ ਹੈ ਤੇ ਇਹ ਕਿਸ ਤਰ੍ਹਾਂ ਦੇ ਮੁੱਦਿਆਂ ਦੁਆਲੇ ਘੁੰਮਦੀ ਹੈ? ਕੀ ਇਸ ਸਿਆਸਤ ਵਿੱਚੋਂ ਮੁਲਕ ਦੇ ਭਵਿੱਖ ਦੀ ਕੋਈ ਝਲਕ ਪੈਂਦੀ ਹੈ? पंजाब यूनीवर्सिटी में चोणां हो रही ने। रंग बिरंगे पोस्टर बैनर और कारां नाल यूनीवर्सिटी मेले का रूप धार गई है। पंजाब यूनीवर्सिटी में सियासी गठजोड़ लगातार बदलते रहते हैं। सियासी पार्टियां दियां विद्यार्थी जथेबंदियां इत्थे ज़्यादा असरअंदाज नहीं होंदियां। दो विद्यार्थी धड़े ने जो इस यूनीवर्सिटी नाल जुड़े हुए ने। पंजाब यूनीवर्सिटी स्टूडेंट यूनियन का छोटा नाम पुसू है जो तकरीबन 3 दहाकियां तो सरगर्म है। स्टूडेंट ऑर्गेनाइजेशन ऑफ पंजाब यूनीवर्सिटी का छोटा नाम सोपू है। इस दी उम्र तकरीबन 15 साल है। इन्हां तो बिना कांग्रेस की विद्यार्थी जथेबंदी नैशनल स्टूडेंट यूनियन ऑफ इंडिया उर्फ NSUI है। भाजपा की विद्यार्थी जथेबंदी अखिल भारतीय विद्यार्थी परिषद है। हिमाचल के विद्यार्थी की जथेबंदी हिमाचल प्रदेश स्टूडेंट यूनियन है। खब्बे पक्की विद्यार्थी जथेबंदी स्टूडेंट फैडरेशन ऑफ इंडिया है। इन्हां सारियां जथेबंदियां विच सियासी पार्टियां वालियां विद्यार्थी जथेबंदियां आपस में समझौता नहीं करदियां। सोपू पुसू आपस में समझौता नहीं करते, पर बाकी जथेबंदियां अपने गठजोड़ हर साल बदलदियां रहिंदियां ने। आम तौर उत्ते इन्हां चोणां दौरान होस्टल अते फीसां दे मसले पारू रहिंदे ने। इन्हां चोणां दौरान कारां दी नुमाइश अहम रहिंदी है। विद्यार्थियों तो वोटां पाउण लई फिल्मां दिखाण तो लैके खाना खुआण तक दा रुझान चलदा है। इसी तरह चोण जाब्ता तोड़ के चोण प्रचार भी हुंदा है ते लड़ाइयां भी हुंदियां ने। आखिर इस पूरी मशक तो विद्यार्थियों अते नौजवानों बारे की कड़सों पैंदी है? नौजवान पीढ़ी की सोचती है, की कर रही है, की करना चाहती है, किहड़े मसले नौजवानों लई अहम ने? ये सारे सवाल समाज लई अहम ने। जदों विद्यार्थी चोणां हो रही ने तो विद्यार्थी आगू विद्यार्थियों नाल की वादे कर रहे हैं, की दावे कर रहे हैं? साडे नाल चर्चा करन लई स्टूडियो विच हाज़र ने यादविंदर सिंह जो प्रधान ने पूसू दे, भुपिंदर सिंह बाट जो चेयरमैन ने NSUI दे, अर्शनूर ढिल्लों जो सोपू दे प्रधान ने कैंपस विच, लवनीत ठाकुर जो प्रधान ने स्टूडेंट फैडरेशन ऑफ इंडिया दे। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਯਾਦਵਿੰਦਰ ਜੀ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਤੁਹਾਡੀ ਜਿਹੜੀ ਜਥੇਬੰਦੀ ਹੈ ਉਹ ਪੰਜਾਬ ਯੂਨੀਵਰਸਿਟੀ ਦੀ ਹੀ ਜਥੇਬੰਦੀ ਆ, ਉੱਥੇ ਹੀ ਬਣੀ ਅਤੇ ਉੱਥੇ ਹੀ ਲਗਾਤਾਰ ਕੰਮ ਕਰਦੀ ਹੈ। ਜ਼ਿਆਦਾ ਤੋਂ ਜ਼ਿਆਦਾ ਉਹ ਜਿਹੜੇ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ਕੰਮ ਕਰਦੀ ਹੈ, ਪੂਸੂ। ਤੁਹਾਡੇ ਜਿਹੜੇ ਮਸਲੇ ਨੇ ਇਸ ਸਾਲ ਚੋਣਾਂ ਦੇ ਵਿੱਚ ਉਹ ਕੀ ਨੇ? ਜਿਵੇਂ ਕਿ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਯੂਨੀਵਰਸਿਟੀ ਜੋ ਸਟੂਡੈਂਟ ਯੂਨੀਅਨ ਆ 1977 ਤੋਂ ਕੰਮ ਕਰਦੀ ਆ ਰਹੀ ਹੈ। ਔਰ ਸਾਡੇ ਜੋ ਮੇਨ ਸਾਡੇ ਮਸਲੇ ਨੇ ਉਹ ਸਟੂਡੈਂਟਸ ਨੂੰ ਹੀ ਲੈ ਕੇ ਹੁੰਦੇ ਨੇ। ਔਰ ਜਿਵੇਂ ਕਿ ਗੱਲ ਕਰੀਏ ਜੋ ਸਭ ਤੋਂ ਵੱਡਾ ਮੁੱਦਾ ਅੱਜ ਦੇ ਡੇਟ 'ਚ ਚੱਲ ਰਿਹਾ ਉਹ ਸੈਂਟਰਲ ਸਟੇਟਸ ਦਾ। ਯੂਨੀਵਰਸਿਟੀ ਨੂੰ ਸੈਂਟਰ ਸਟੇਟਸ ਦਿੱਤਾ ਜਾਵੇ ਤਾਂ ਕਰਕੇ ਜੋ ਇੱਥੇ ਫੀਸਾਂ ਨੇ ਸੈਲਫ ਫਾਈਨੈਂਸ ਕੋਰਸਿਸ ਦੀਆਂ ਉਹਨਾਂ ਨੂੰ ਘਟਾਇਆ ਜਾ ਸਕੇ। ਔਰ ਜੋ ਵੀ ਹਰ ਸਾਲ ਜੋ ਫੀਸ ਹਾਈਕ ਹੁੰਦੀ ਆ ਉਹਨੂੰ ਉੱਤੇ ਰੋਕਿਆ ਜਾਵੇ। ਔਰ ਜਿਵੇਂ ਸਭ ਤੋਂ ਵੱਡੀ ਪ੍ਰੋਬਲਮ ਜੋ ਅੱਜ ਕੱਲ੍ਹ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਆ ਰਹੀ ਆ ਉਹ ਹੈ ਹੋਸਟਲ ਦੀ ਪ੍ਰੋਬਲਮ। ਔਰ ਜ਼ਿਆਦਾ ਤੋਂ ਜ਼ਿਆਦਾ ਕੀ ਪ੍ਰੋਬਲਮ? ਹੋਸਟਲ ਦੇ ਅੰਦਰ ਦੀ ਪ੍ਰੋਬਲਮ ਹੈ ਜਾਂ ਗਿਣਤੀ 'ਚ ਘੱਟ ਹੈ? ਗਿਣਤੀ 'ਚ ਘੱਟ ਨੇ, ਕਿਉਂਕਿ ਦੇਖੋ ਜੀ ਹਰ ਸਾਲ ਯੂਨੀਵਰਸਿਟੀ ਨਵੇਂ ਕੋਰਸਿਸ ਸ਼ੁਰੂ ਕਰ ਲੈਂਦੀ ਆ, ਬਟ ਯੂਨੀਵਰਸਿਟੀ ਦੇ ਕੋਲ ਉਸ ਕੋਰਸਿਸ ਦੇ ਹਿਸਾਬ ਨਾਲ ਕੋਈ ਇਨਫਰਾਸਟਰਕਚਰ ਇੰਨਾ ਅਵੇਲੇਬਲ ਨਹੀਂ ਹੁੰਦਾ। ਔਰ ਜੋ ਰਹਿਣ ਲਈ ਹੋਸਟਲ ਦੀ ਫੈਸਿਲਿਟੀ ਆ ਉਹ ਅਵੇਲੇਬਲ ਨਹੀਂ ਹੁੰਦੀ। ਜੇ ਗੱਲ ਕਰੀਏ ਪਿਛਲੇ ਸਾਲ ਤੋਂ ਜਾਂ ਪਿਛਲੇ ਸਾਲ ਦੀ ਗਰਲਜ਼ ਹੋਸਟਲ ਨੰਬਰ 8 ਅਤੇ 9 8 ਨੰਬਰ ਬਣ ਕੇ ਪੂਰਾ ਹੋ ਚੁੱਕਿਆ ਔਰ 9 ਹਲੇ ਅੰਡਰ ਕੰਸਟਰਕਸ਼ਨ ਆ। ਹਲੇ ਵੀ ਯੂਨੀਵਰਸਿਟੀ ਦੇ ਹਰ ਡਿਪਾਰਟਮੈਂਟ ਵਿੱਚ 4 ਜਾਂ 5 ਇਹੋ ਜਿਹੇ ਸਟੂਡੈਂਟ ਨੇ ਛੋਟੇ ਡਿਪਾਰਟਮੈਂਟਾਂ ਵਿੱਚ ਜਿਨ੍ਹਾਂ ਨੂੰ ਹੋਸਟਲ ਹਲੇ ਮਿਲੇ ਨਹੀਂ। ਔਰ ਜੇਕਰ ਗੱਲ ਕਰੀਏ ਅਸੀਂ ਵੱਡੇ ਡਿਪਾਰਟਮੈਂਟਾਂ ਦੀ ਜਿਵੇਂ ਕਿ UIT ਉੱਥੇ 2500 ਸਟੂਡੈਂਟ ਨੇ, UILS ਉੱਥੇ ਵੀ ਮੇਰਾ ਖਿਆਲ 600 ਸਟੂਡੈਂਟ ਨੇ। ਔਰ ਡਿਪਾਰਟਮੈਂਟ ਆਫ ਲਾਅ ਜੋ ਕਿ ਮੇਰਾ ਡਿਪਾਰਟਮੈਂਟ ਆ ਉੱਥੇ 1200 ਸਟੂਡੈਂਟ ਨੇ। ਹਰ ਡਿਪਾਰਟਮੈਂਟ ਦੇ ਵਿੱਚ 30 ਜਾਂ 40 ਇਹੋ ਜਿਹੇ ਸਟੂਡੈਂਟ ਆ ਜਿਨ੍ਹਾਂ ਨੂੰ ਹਲੇ ਹੋਸਟਲ ਨਹੀਂ ਮਿਲਿਆ ਔਰ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਬਾਵਜੂਦ ਵੀ ਯੂਨੀਵਰਸਿਟੀ ਤੋਂ ਬਾਹਰ ਰਹਿਣਾ ਪੈਂਦਾ ਜੀ। ਭੁਪਿੰਦਰ ਜੀ, ਤੁਸੀਂ ਪਹਿਲਾਂ ਸੋਪੂ ਦੇ ਵਿੱਚ ਰਹੇ ਹੋ, ਉੱਥੇ ਦੇ ਚੁਣੇ ਹੋਏ ਪ੍ਰਧਾਨ ਵੀ ਰਹੇ ਹੋ, ਹੁਣ ਤੁਸੀਂ NSUI ਦੇ ਵਿੱਚ। ਮੇਰੀ ਇਸ ਗੱਲ ਦੇ ਵਿੱਚ ਦਿਲਚਸਪੀ ਹੈ ਕਿ ਤੁਸੀਂ ਉਸੇ ਕੈਂਪਸ ਦੇ ਵਿੱਚ ਰਹਿੰਦੇ ਹੋਇਆਂ ਸੋਪੂ ਤੋਂ NSUI ਦੇ ਵਿੱਚ ਕਿਉਂ ਆਏ? ਕੋਈ ਸਿਆਸਤ ਦੇ ਵਿੱਚ ਫਰਕ ਹੈ? ਕੀ ਮਸਲਾ ਹੈ? ਅਤੇ ਜਦੋਂ ਹੁਣ ਤੁਸੀਂ ਚੋਣਾਂ ਲੜਵਾ ਰਹੇ ਹੋ ਤਾਂ ਉਹ ਮਸਲੇ ਇੱਥੇ ਕਿਵੇਂ ਰਿਫਲੈਕਟ ਹੁੰਦੇ ਨੇ? ਵੇਖੋ ਜੀ, ਮੈਂ ਸੋਪੂ 'ਚ ਰਿਹਾ। मैं ऑर्गेनाइजेशन वेखियां, पूसू भी उत्थे काम करती है, वड्डी ऑर्गेनाइजेशन है, सोपू भी वड्डी ऑर्गेनाइजेशन, दो ही मेन ऑर्गेनाइजेशन रही उत्थे। पर इन्हां ऑर्गेनाइजेशनस दे विच रह के साडा जिहड़ा दायरा वो यूनिवर्सिटी तक दा ही है। साडी जिहड़ी अप्रोच वाइस चांसलर ऑफिस के बाहर धरने लाउण तो वध साडी नहीं हुंदी।
NSUI ਜਿਹੜੀ ਨੈਸ਼ਨਲ ਪਾਰਟੀ ਹੈ, ਸਾਡੀ ਜਿਹੜੀ ਅਪਰੋਚ ਉਹਦੇ ਨਾਲ ਸੈਂਟਰ ਤੱਕ ਬਣਦੀ ਹੈ ਤੇ ਅਸੀਂ ਸਟੂਡੈਂਟ ਹੱਕਾਂ ਲਈ ਜਿਹੜਾ ਵੱਧ ਤੋਂ ਵੱਧ ਪ੍ਰੈਸ਼ਰ ਪਾ ਸਕਦੇ ਹਾਂ। ਹੁਣ ਸੈਂਟਰਲ ਸਟੇਟਸ ਦਾ ਜਿਹੜਾ ਮੁੱਦਾ ਹੈ ਉਹ ਸਾਡੇ ਚੋਣ ਮੈਨੀਫੈਸਟੋ 'ਚ ਵੀ ਹੈ ਸਾਡਾ ਮੁੱਦਾ। ਉਹ ਇਹ ਮੇਰੇ ਭਰਾ ਨੇ ਗੱਲ ਕੀਤੀ, ਪਰ ਇਹ ਕਲਾਸਾਂ 'ਚ ਸਾਡੇ ਇਸ ਚੀਜ਼ ਦੀ ਵਿਰੋਧ ਕਰਦੇ ਨੇ ਕਿ ਸੈਂਟਰਲ ਸਟੇਟਸ ਦੇ ਮੁੱਦੇ ਦਾ ਦੂਜੀਆਂ ਪਾਰਟੀਆਂ ਵੀ। ਪਰ ਜਿਵੇਂ ਸੈਨੇਟ ਸਾਡੀ ਗਵਰਨਿੰਗ ਬੋਡੀ ਹੈ, ਸਾਡਾ ਜਿਹੜਾ ਏਜੰਡਾ ਹੈ ਕਿ ਅਸੀਂ ਸੈਨੇਟ ਦੇ ਵਿੱਚ ਸਾਡਾ ਜਿਹੜਾ ਚੁਣਿਆ ਹੋਇਆ ਪ੍ਰਧਾਨ, ਇੱਕ ਜਿਹੜੀ ਉੱਥੇ ਨਾਨ ਟੀਚਿੰਗ ਸਟਾਫ ਦਾ ਪ੍ਰੈਜ਼ੀਡੈਂਟ ਉਹ ਐਕਸ ਆਫੀਸੋ ਮੈਂਬਰ ਸੈਨੇਟ ਬਣ ਜਾਂਦਾ, ਕੋਟਾ ਦਾ ਪ੍ਰਧਾਨ ਮੈਂਬਰ ਬਣ ਜਾਂਦਾ ਉੱਥੇ ਸੈਨੇਟ ਦਾ। ਸਾਡਾ ਪ੍ਰਧਾਨ ਉਹ ਅਸੀਂ ਪਿਛਲੇ ਕੁਝ ਸਾਲਾਂ 'ਚ ਰੌਲਾ ਰੱਪਾ ਪਾ ਕੇ ਉਹਨੂੰ ਅਸੀਂ ਸੈਨੇਟ 'ਚ ਭੇਜ ਤਾਂ ਦਿੱਤਾ, ਪਰ ਉਹਨੂੰ ਗੈਲਰੀ 'ਚ ਬਹਿ ਸਕਦਾ, ਉਹਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਜੀ। ਤੋ ਸਾਡੇ ਇਹ ਮਸਲੇ ਆ ਕਿ ਅਸੀਂ ਜਿਹੜੇ ਸਟੂਡੈਂਟ ਦੇ ਲੋਕਲ ਮਸਲੇ ਆ, ਜਿਵੇਂ ਹੋਸਟਲ ਦੀਆਂ ਪ੍ਰੋਬਲਮਸ ਨੇ ਜਾਂ ਫੀਸਾਂ ਦੀਆਂ ਪ੍ਰੋਬਲਮ, ਉਹਨਾਂ ਵਾਸਤੇ ਤਾਂ ਅਸੀਂ ਬੋਲਦੇ ਹੀ ਹਾਂ, ਪਹਿਲਾਂ ਵੀ ਲੜਦੇ ਹਾਂ। ਜਿਹੜੀ ਤੁਸੀਂ ਗੱਲ ਕੀਤੀ ਹੈ, ਜੋ ਯਾਦਵਿੰਦਰ ਹੋਣਾ ਨੇ ਕਹੀ ਸੀ, ਤਕਰੀਬਨ ਉਹੀ ਗੱਲ ਹੈ। ਉਸ ਗੱਲ ਦਾ ਫੈਸਲਾ ਤੁਸੀਂ ਕੈਂਪਸ ਦੇ ਵਿੱਚ ਕਰ ਸਕਦੇ ਹੋ ਕਿ ਕਿਹੜਾ ਮਸਲਾ ਅਸੀਂ ਹੀ ਉਭਾਰਦੇ ਹਾਂ, ਕਿਹੜਾ ਦੂਜਾ ਉਭਾਰਦੇ ਹੋ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਸਾਡੀ ਜਿਹੜੀ ਪਾਰਟੀ ਹੈ ਉਹਦਾ ਜਿਹੜਾ ਘੇਰਾ ਉਹ ਯੂਨੀਵਰਸਿਟੀ ਤੱਕ ਨਹੀਂ ਹੈ, ਯੂਨੀਵਰਸਿਟੀ ਦੇ ਘੇਰੇ ਤੋਂ ਬਾਹਰ ਦੇ ਕਿਹੜੇ ਮਸਲੇ ਨੇ ਜਿਹੜੇ ਤੁਸੀਂ ਆ ਕੇ ਉੱਥੇ ਦੀ ਪੋਲਿਟਿਕਸ ਦੇ ਵਿੱਚ ਹਿੱਸਾ ਬਣਾਉਂਦੇ ਹੋ? ਅਸੀਂ ਸੈਂਟਰਲ ਸਟੇਟਸ ਵਾਸਤੇ ਅਪਰੋਚ ਕਰ ਸਕਦੇ ਹਾਂ ਸੈਂਟਰ ਤੱਕ ਜੀ, ਕਿਉਂਕਿ ਸੋਪੂ ਦੇ ਵਿੱਚ ਰਹਿੰਦਾ। ਮੈਨੂੰ ਪਤਾ ਸਾਡਾ ਪ੍ਰਧਾਨ ਜਦੋਂ ਸੈਨੇਟ ਦੇ ਰਿਪਰੈਜ਼ੈਂਟੇਸ਼ਨ ਸਾਡਾ ਮਸਲਾ ਅਸੀਂ ਚੁੱਕਦੇ ਰਹੇ ਹਾਂ, ਸਾਡੀ ਸੋਚ ਸੀ ਉਹ ਅਸੀਂ 5-7 ਸਾਲਾਂ ਦੇ ਵਿੱਚੋਂ ਇੱਕ ਲਾਗੂ ਕਰਵਾ ਸਕੇ, ਉਹ ਵੀ ਅੱਧਾ ਲੰਗੜਾ ਕਿ ਉਹ ਬੋਲਣ ਦਾ ਅਧਿਕਾਰ ਨਹੀਂ, ਉੱਥੇ ਜਾ ਕੇ ਬਹਿਣ ਦਾ ਅਧਿਕਾਰ ਹੈ ਜੀ। ਜੇ ਅਸੀਂ ਹੁਣ NSUI 'ਚ ਆਏ ਹਾਂ ਤਾਂ ਉੱਥੇ ਸਾਡੀ ਜਿਹੜੀ ਅਪਰੋਚ ਮਤਲਬ ਕੁੱਲ ਮਿਲਾ ਕੇ ਜਿਹੜੇ ਮੁੱਦੇ ਨੇ ਉਹ ਤਕਰੀਬਨ ਇੱਕੋ ਜਿਹੇ ਬਣਦੇ ਨੇ, ਪਰ ਕਿਉਂਕਿ ਵੱਡੀ ਪਾਰਟੀ ਹੈ ਤੇ ਇਸ ਕਰਕੇ ਤੁਹਾਨੂੰ ਲੱਗਦਾ ਕਿ ਤੁਸੀਂ ਕੇਂਦਰ ਦੇ ਵਿੱਚ ਜਾ ਕੇ ਕੋਈ ਦਖਲਅੰਦਾਜ਼ੀ ਕਰਵਾ ਸਕਦੇ ਹੋ। ਮੈਂ ਯਾਦਵਿੰਦਰ ਤੁਹਾਡੇ ਕੋਲ ਵਾਪਸ ਆਵਾਂਗਾ, ਪਹਿਲਾਂ ਇੱਕ ਵਾਰ ਅਰਸ਼ਨੂਰ ਹੋਣਾ ਨਾਲ ਗੱਲ ਕਰ ਲਾਂ। ਅਰਸ਼ਨੂਰ ਜੀ, ਜਿਹੜੇ ਇਹ ਮਸਲੇ ਨੇ, ਇਹ ਕਿਉਂਕਿ ਮੈਂ ਵੀ ਉਸੇ ਯੂਨੀਵਰਸਿਟੀ ਦੇ ਵਿੱਚ ਰਿਹਾ ਤੇ ਮੈਨੂੰ ਪਤਾ ਕਿ ਵੀ ਇਹ ਮਸਲੇ ਸਾਰਿਆਂ ਦੇ ਹੋਣਗੇ। ਆਪਾਂ ਇਹ ਕਈ ਗੱਲਾਂ ਕਰ ਸਕਦੇ ਨੇ ਕਿ ਅਸੀਂ ਇਸ ਮੁੱਦੇ ਦੇ ਉੱਤੇ ਧਰਨਾ ਲਾਇਆ ਸੀ, ਫਲਾਣੇ ਨੇ ਨਹੀਂ ਲਾਇਆ ਸੀ, ਅਸੀਂ ਧਰਨਾ ਲਾਇਆ ਸੀ ਤੇ ਵਿਰੋਧ ਕੀਤਾ ਸੀ। ਜਿਹੜੇ ਮਸਲੇ ਇਹ ਨੇ, ਇਹ ਆਪਾਂ ਮੰਨ ਕੇ ਚੱਲਦੇ ਹਾਂ ਕਿ ਤੁਹਾਡੇ ਵੀ ਮਸਲੇ ਨੇ, ਇਹਨਾਂ ਤੋਂ ਬਿਨਾਂ ਹੋਰ ਕੀ ਮੁੱਦਾ ਤੁਹਾਡੇ ਕੋਲ? ਪਹਿਲਾਂ ਤਾਂ ਜੀ ਬਾਈ ਜੀ ਨੇ ਕਿਹਾ ਕਿ ਜਿਹੜੀ ਇਹਨਾਂ ਦੀ ਪਾਰਟੀ ਆ ਜਾਂ ਬਈ ਸਾਡੀਆਂ ਪਾਰਟੀਆਂ ਜੀ, ਇਹ ਸੈਂਟਰ ਤੱਕ ਨਹੀਂ ਜਾ ਸਕਦੀਆਂ। ਸਾਡੀਆਂ ਜੀ ਇੰਡੀਪੈਂਡੈਂਟ ਪਾਰਟੀਆਂ ਜਿਹੜੀਆਂ ਵੀ ਹੈਗੀਆਂ, ਸੋਪੂ, ਪੂਸੂ ਜੀ, ਹੋਰ ਵੀ ਹੈਗੀਆਂ ਜੀ ਕਈ ਜੀ। ਜੇ ਕੱਲ ਨੂੰ 2014 ਦੇ ਆਪਾਂ ਇੰਡੀਪੈਂਡੈਂਟ ਤੋਂ ਕੀ ਮਤਲਬ ਹੈ ਕਿ ਵੀ ਸੋਪੂ ਤੇ ਸਟੂਡੈਂਟ ਦੀਆਂ ਪਾਰਟੀਆਂ ਜੀ ਬਣਾਈਆਂ ਹੋਈਆਂ, ਸਟੂਡੈਂਟ ਨੇ ਬਣਾਈਆਂ ਜਿਨ੍ਹਾਂ ਨੂੰ ਪਾਰਟੀਆਂ ਨੂੰ ਜੀ। ਜੇ ਕੱਲ ਨੂੰ ਪਰ ਇਹ ਦੋਨਾਂ ਪਾਰਟੀਆਂ ਨੂੰ ਸਿਆਸੀ ਸਰਪ੍ਰਸਤੀ ਤਾਂ ਲਗਾਤਾਰ ਮਿਲਦੀ ਹੈ। ਨਹੀਂ ਜੀ, ਜੇ ਕੱਲ ਨੂੰ 2014 'ਚ ਇਲੈਕਸ਼ਨ ਹੁੰਦੇ ਆਗੇ, ਉੱਥੇ BJP ਆ ਜਾਂਦੀ ਹੈ ਸੈਂਟਰ 'ਚ ਜੀ, ਫਿਰ ਕੀ ਇਹਨਾਂ ਦੀ ਗੱਲ ਮੰਨੀ ਜਾਊਗੀ ਜੀ ਉੱਤੇ ਜੀ? ਤੇ ਤੁਹਾਡੀ ਮੰਨੀ ਜਾਏਗੀ? ਨਹੀਂ, ਅਸੀਂ ਜੀ ਸਾਡੀ ਤਾਂ ਜੀ ਦੇਖੋ, ਜੇ ਅਸੀਂ ਮੈਂ ਤੁਹਾਨੂੰ ਦੱਸਦਾ ਕਿ ਇੰਡੀਪੈਂਡੈਂਟ ਪਾਰਟੀ ਦੀ ਜੇ ਗੱਲ ਕਰੀਏ, ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ, ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਹਰਿਆਣਾ, ਜਾਂ ਜਿਹਨੂੰ ਹਿੰਦੁਸਤਾਨ ਸਟੂਡੈਂਟ ਐਸੋਸੀਏਸ਼ਨ ਕਹਿੰਦੇ ਆ। ਇੰਡੀਪੈਂਡੈਂਟ ਪਾਰਟੀ ਦਾ ਮਤਲਬ ਕਿ ਜੇ ਬਣਾਈਆਂ ਗਈਆਂ ਨੇ ਇਹ ਪਾਰਟੀਆਂ ਕਿਤੇ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਬਣਾਈਆਂ ਗਈਆਂ ਨੇ, ਇਸ ਨੂੰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇੰਡੀਪੈਂਡੈਂਟ ਇਹ ਆਪਣੇ ਵਿਚਾਰਾਂ 'ਚ ਆਜ਼ਾਦ ਨੇ, ਜੋ ਵੀ ਇਹਨਾਂ ਨੇ ਡਿਸੀਜਨ ਲੈਣੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਆਜ਼ਾਦੀ ਆ। ਕੋਈ ਸਾਨੂੰ ਯੂਨੀਵਰਸਿਟੀ ਦੇ ਦਾਇਰੇ ਤੋਂ ਬਾਹਰ ਆ ਕੇ ਸਾਡੇ ਕੰਮ ਦੇ ਵਿੱਚ ਇੰਟਰਫੇਅਰੈਂਸ ਨਹੀਂ ਕਰ ਸਕਦਾ। ਕੋਈ ਸਾਨੂੰ ਕਹਿ ਨਹੀਂ ਸਕਦਾ ਕਿ ਤੁਸੀਂ ਇਸ ਸਾਲ ਇਲੈਕਸ਼ਨ ਇੰਡੀਪੈਂਡੈਂਟ ਲੜਨੀ ਆ ਜਾਂ ਫਿਰ ਤੁਸੀਂ ਇਸ ਸਾਲ ਇਲੈਕਸ਼ਨ ਕਿਸੇ ਦੇ ਅਲਾਈਅੰਸ ਨਾਲ ਲੜਨੀ ਆ। ਔਰ ਇੱਕ ਗੱਲ ਹੋਰ, ਸਾਨੂੰ ਆਜ਼ਾਦੀ ਆ, ਸਾਨੂੰ ਜੋ ਵੀ ਸਾਨੂੰ ਫੰਡਿੰਗ ਆ, ਜੋ ਸਾਨੂੰ ਇਲੈਕਸ਼ਨਾਂ ਤੇ ਇਲੈਕਸ਼ਨ ਕੈਂਪੇਨ ਤੇ ਜੋ ਖਰਚਾ ਹੁੰਦਾ, ਉਹ ਸਾਰਾ ਇੱਕ ਜੋ ਆਮ ਸਟੂਡੈਂਟ ਆ ਅਸੀਂ, ਸਾਡਾ ਜੋ ਗਰੁੱਪ ਆ, ਸਾਡਾ ਜੋ ਬੋਡੀ ਆ, ਜਨਰਲ ਬੋਡੀ, ਉਸ ਦੁਆਰਾ ਹੀ ਸਾਡਾ ਉਹ ਜਨਰੇਟ ਕੀਤਾ ਜਾਂਦਾ। ਨਾ ਕਿ ਸਾਨੂੰ ਜੋ ਸੀਨੀਅਰ ਪੋਲੀਟੀਕਲ ਲੀਡਰ ਨੇ ਉਹਨਾਂ ਦੁਆਰਾ ਸਾਨੂੰ ਕੋਈ ਫਾਈਨੈਂਸ਼ੀਅਲੀ ਬੈਕਿੰਗ ਨਹੀਂ ਹੁੰਦੀ, ਜਿਵੇਂ ਕਿ ਜੋ ਸੈਂਟਰ ਦੀਆਂ ਪਾਰਟੀਆਂ ਨੇਗੀਆਂ, ਜਿਵੇਂ ਕਿ ਮੇਰੇ ਵੀਰ ਬਾਠ ਨੇ ਕਿਹਾ ਕਿ ਸਾਡੀ ਸੈਂਟਰ ਦੇ ਵੀ ਵਿੱਚ ਵੀ ਪਾਰਟੀ ਆ, ਨੈਸ਼ਨਲ ਪਾਰਟੀ ਆ, ਇਹਨਾਂ ਨੂੰ ਫਿਰ ਨੈਸ਼ਨਲ ਪਾਰਟੀ ਦੇ ਉਸ ਹਿਸਾਬ ਨਾਲ ਇਹਨਾਂ ਨੂੰ ਕਾਫੀ ਫੰਡਸ ਆਉਂਦੇ ਨੇ, ਬਟ ਸਾਡੀ ਇਸ ਹਿਸਾਬ ਦੇ ਕੰਮ 'ਚ ਬਿਲਕੁਲ ਇੰਡੀਪੈਂਡੈਂਟ ਪਾਰਟੀ। ਹਾਂਜੀ ਲਵਨੀਤ, ਜਿਹੜੀ ਸਟੂਡੈਂਟ ਪੋਲਿਟਿਕਸ ਆਪਾਂ ਉਹਨੂੰ ਮੰਨ ਕੇ ਚੱਲਦੇ ਹਾਂ ਕਿ ਵੀ ਮਤਲਬ ਜਦੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਆ ਤਾਂ ਅਸੀਂ ਵੱਡੀ ਪੋਲਿਟਿਕਸ ਦੀ ਤਿਆਰੀ ਕਰ ਰਹੇ ਹਾਂ ਤੇ ਬਤੌਰ ਸਟੂਡੈਂਟ ਅਸੀਂ ਜਿਹੜੇ ਦੇਸ਼ ਦੇ ਮੁੱਦੇ ਨੇ ਉਹਨਾਂ ਬਾਰੇ ਕੀ ਸੋਚਦੇ ਹਾਂ। ਜਿਵੇਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ, ਜਦੋਂ ਉਹਨਾਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਮਸਲਿਆਂ ਦੀ ਗੱਲ ਹੁੰਦੀ ਹੈ, ਜਿਹੜੀ ਸਿਰਫ ਚੋਣਾਂ ਦੇ ਫੀਸਾਂ ਤੱਕ ਮਹਿਦੂਦ ਨਹੀਂ ਹੁੰਦੇ, ਇਹ ਵੀ ਆਪਣੇ ਆਪ ਦੇ ਵਿੱਚ ਮਸਲੇ ਨੇ। ਸਾਡੀ ਯੂਨੀਵਰਸਿਟੀ ਦੇ ਵਿੱਚ ਬਾਕੀ ਮੁੱਦੇ ਕਿਵੇਂ ਵਿਚਾਰੇ ਜਾਂਦੇ ਨੇ? ਜੇ ਵਿਚਾਰੇ ਜਾਂਦੇ ਨੇ ਤਾਂ ਕਿਹੜੇ ਕਿਹੜੇ ਨੇ? ਇਹ ਗੱਲ ਸਹੀ ਹੈ, ਕਿਉਂਕਿ ਸਭ ਤੋਂ ਵੱਡਾ ਪਲੇਟਫਾਰਮ ਜੇ ਸਟੂਡੈਂਟ ਪੋਲਿਟਿਕਸ ਹੈ ਤਾਂ ਇੱਕ ਤਰ੍ਹਾਂ ਦੀ ਤਿਆਰੀ ਹੈ, ਮਤਲਬ ਉਹ 'ਚ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਂਦੀਆਂ, ਦੇਸ਼ 'ਚ ਕੀ ਹੋ ਰਿਹਾ ਹੈ। ਅਤੇ ਜੇ ਨੈਸ਼ਨਲ ਪਾਰਟੀਆਂ ਮੌਜੂਦ ਨੇ ਤਾਂ ਨੈਸ਼ਨਲ ਪਾਰਟੀਆਂ ਦੇ ਰਿਪਰੈਜ਼ੈਂਟੇਟਿਵਸ ਨੂੰ ਲੋਕੀ ਪੁੱਛਦੇ ਨੇ ਉੱਥੇ
ਵੀ ਇਹ ਦੇਸ਼ 'ਚ ਹੋ ਰਿਹਾ। ਹੁਣ ਜੇ ਕੋਈ ਕਾਂਗਰਸ ਦਾ ਉੱਥੇ ਵਿੰਗ ਹੈ ਜਾਂ ਬੀਜੇਪੀ ਦਾ ਕੋਈ ਵਿੰਗ ਹੈ ਤਾਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਜੇ ਦੇਸ਼ 'ਚ ਹੋ ਰਿਹਾ ਹੈ ਜੋ ਭ੍ਰਸ਼ਟਾਚਾਰ ਹੋ ਰਿਹਾ ਜਾਂ ਕਿਤੇ ਹਾਈਕ ਹੋ ਰਿਹਾ ਪੈਟਰੋਲ 'ਚ ਤਾਂ ਲੋਕੀ ਉੱਥੇ ਤੱਕ ਤਾਂ ਪਹੁੰਚ ਕਰ ਨਹੀਂ ਸਕਦੇ ਉਹਨਾਂ ਦੇ ਮੇਨ ਲੀਡਰਾਂ ਤੱਕ, ਤਾਂ ਜਵਾਬਦੇਹੀ ਨੈਸ਼ਨਲ ਯੂਨੀਅਨਾਂ ਦੀ ਬਣਦੀ ਹੈ ਉੱਥੇ। ਉੱਥੇ ਸਵਾਲ ਜਵਾਬ ਹੁੰਦੇ ਆ, ਲੋਕੀ ਪੁੱਛਦੇ ਪਏ ਹਾਂ ਮਤਲਬ ਕਿਸ ਤਰ੍ਹਾਂ ਕਰੰਸੀ ਕਿਉਂ ਡਿੱਗ ਰਹੀ ਹੈ ਜਾਂ ਕੀ ਹੋ ਰਿਹਾ ਜਾਂ ਲਗਾਤਾਰ ਮਤਲਬ ਇਸ ਤਰੀਕੇ ਵੱਲ ਨੂੰ ਕਿਉਂ ਗੱਲਾਂ ਜਾ ਰਹੀਆਂ ਨੇ। ਤੇ ਇਸ ਤਰ੍ਹਾਂ ਦਾ ਜਦੋਂ ਕੋਈ ਵੀ ਨੈਸ਼ਨਲ ਮੁੱਦਾ ਵਿਚਾਰਿਆ ਜਾਂਦਾ ਜਾਂ ਚੌਟਾਲਾ ਸਾਹਿਬ ਜੇਲ੍ਹ 'ਚ ਕਿਉਂ ਨੇ ਜਾਂ ਹੋਰ ਕਿਹੜੇ ਸਕੈਂਡਲ ਚੱਲ ਰਹੇ ਨੇ, ਕੀ ਕੋਲਗੇਟ ਹੋ ਰਿਹਾ, ਤਾਂ ਜਦ ਨੈਸ਼ਨਲ ਯੂਨੀਅਨਾਂ ਜਿਹੜੀਆਂ ਰਿਪਰੈਜ਼ੈਂਟ ਕਰ ਰਹੀਆਂ ਨੈਸ਼ਨਲ ਪੋਲੀਟਿਕਸ ਨੂੰ ਤਾਂ ਉਹਨਾਂ 'ਚ ਵਿਚਾਰ ਬਣਦਾ, ਉਹਨਾਂ ਦਾ ਮਤਲਬ ਆਪਸ 'ਚ ਬਹਿਸ ਹੁੰਦੀ ਹੈ ਇਸ ਗੱਲ 'ਤੇ। ਭੁਪਿੰਦਰ, ਜਿਹੜੇ ਇਹ ਮੁੱਦੇ ਨੇ ਖਾਸ ਤੌਰ ਦੇ ਉੱਤੇ ਹੁਣ ਤੁਸੀਂ ਕਿਉਂਕਿ ਪਾਰਟੀ ਬਦਲੀ ਹੈ, ਤੁਹਾਡਾ ਜਿਹੜਾ ਤਜਰਬਾ ਦੋਨੇ ਪਾਸੇ ਦਾ ਹੈ ਨਾ, ਇੱਕ ਜਿਹੜੀ ਤੁਸੀਂ ਕਹਿੰਦੇ ਹੋ ਕਿ ਵੀ ਜਿਹੜਾ ਘੇਰਾ ਯੂਨੀਵਰਸਿਟੀ ਤੱਕ ਹੈ, ਦੂਜੀ ਜਿਹਦਾ ਘੇਰਾ ਬਾਹਰ ਹੈ, ਜਿਹੜੇ ਇਸ ਵੇਲੇ ਬਾਕੀ ਮੁੱਦੇ ਨੇ, ਜੇ NSUI ਇਹ ਪਹੁੰਚ ਕਰ ਸਕਦੀ ਹੈ ਕਿ ਵੀ ਸਾਡੀ ਗੱਲ ਸੁਣੋ, ਸਾਡੀ ਯੂਨੀਵਰਸਿਟੀ ਨੂੰ ਸੈਂਟਰਲ ਸਟੇਟਸ ਦਿਓ, ਤੇ NSUI ਦੀ ਇਸ ਗੱਲ ਲਈ ਵੀ ਤਾਂ ਜਵਾਬਦੇਹੀ ਹੋਏਗੀ ਨਾ ਕਿ ਵੀ ਜਿਹੜੀ ਕੇਂਦਰ ਸਰਕਾਰ ਹੈ ਉਹ ਕਿੰਨੇ ਘਪਲਿਆਂ 'ਚ ਫਸੀ ਹੋਈ ਹੈ। ਜੀ ਬਿਲਕੁਲ ਸਾਡੀ ਜਵਾਬਦੇਹੀ ਬਣਦੀ ਹੈ। ਮੈਂ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ ਤੁਹਾਨੂੰ। ਤੁਹਾਨੂੰ ਪਤਾ ਹੋਵੇਗਾ ਪਿਛਲੇ ਕੁਝ ਦਿਨਾਂ ਦੇ ਵਿੱਚ ਦਿੱਲੀ ਯੂਨੀਵਰਸਿਟੀ ਨੇ ਰੀਜਨਲ ਲੈਂਗੁਏਜਸ ਆਪਸ਼ਨਲ ਕਰ ਦਿੱਤੀਆਂ ਸੀ ਉੱਥੇ ਜੀ। ਸਾਡੇ ਪੰਜਾਬੀ ਡਿਪਾਰਟਮੈਂਟ ਨੇ ਇੱਕ ਕੈਂਡਲ ਮਾਰਚ ਆਰਗੇਨਾਈਜ਼ ਕੀਤਾ, ਅਸੀਂ ਵੀ ਗਏ, ਇਹ ਵੀ ਗਏ, ਬਾਕੀ ਪਾਰਟੀਆਂ ਵੀ ਗਈਆਂ ਉੱਥੇ। ਅਸੀਂ ਇੱਕ ਕੈਂਡਲ ਮਾਰਚ ਕੱਢਤਾ, ਸਵੇਰੇ ਅਗਲੇ ਦਿਨ ਅਖਬਾਰ 'ਚ ਫੋਟੋ ਆ ਗਈ, ਕੰਮ ਖਤਮ। ਅਸੀਂ NSUI ਨੇ, ਮੈਂ ਆਪਣੇ ਸਾਡੇ ਪ੍ਰਧਾਨ ਰੋਹਿਤ ਚੌਧਰੀ ਜੀ ਨੈਸ਼ਨਲ ਪ੍ਰਧਾਨ, ਉਹਨਾਂ ਨੂੰ ਅਪਰੋਚ ਕੀਤੀ ਕਿ ਉੱਥੇ ਸੈਂਟਰ ਯੂਨੀਵਰਸਿਟੀ ਜੇ ਆਹ ਮੁੱਦਾ ਉੱਥੇ ਜਾਂ ਇਹ ਉਹਨਾਂ ਨੇ ਆਪਣਾ ਜਿਹੜਾ ਸਟੂਡੈਂਟ ਦੇ ਖਿਲਾਫ ਇੱਕ ਡਿਸੀਜਨ ਲਿਆ ਹੈ ਉਹਦਾ ਸਾਡੇ ਬਹੁਤ ਬੁਰਾ ਅਸਰ ਪੈ ਰਿਹਾ। ਸਾਨੂੰ ਇੱਥੇ ਲੋਕਾਂ ਨੂੰ ਜਵਾਬ ਦੇਣਾ ਪਊ ਕਿਉਂਕਿ ਪੰਜਾਬ ਡੋਮੀਨੈਂਟ ਹੈ ਇੱਥੇ, ਉੱਥੇ ਪੰਜਾਬੀ ਤੁਸੀਂ ਆਪਸ਼ਨਲ ਕਰਤੀ, ਉਰਦੂ ਆਪਸ਼ਨਲ ਕਰਤੀ, ਤੇ ਇਹਦਾ ਉਹਨਾਂ ਨੇ ਸਾਨੂੰ ਵੈਰੀ ਨੈਕਸਟ ਡੇ HRD ਮਿਨਿਸਟਰ ਤੋਂ ਅਪਾਇੰਟਮੈਂਟ ਲੈ ਕੇ ਦਿੱਤੀ। ਅਸੀਂ ਉੱਥੇ, ਸਾਡਾ ਪ੍ਰਧਾਨ ਉੱਥੇ ਗਿਆ, ਉਹਨਾਂ ਨੂੰ ਮਿਲਿਆ, ਵਾਈਸ ਚਾਂਸਲਰ ਨੂੰ ਉਹਨਾਂ ਨੇ ਬੁਲਾਇਆ, ਉਹ 6 ਦਿਨਾਂ ਦੇ ਵਿੱਚ ਉਹ ਰਿਵਰਟ ਹੋਇਆ ਜੀ। ਇਹ ਅਰਸ਼ਨੂਰ, ਇਹ ਤਾਂ ਮੰਨਦੇ ਨੇ ਕਿ ਵੀ ਮਤਲਬ ਜੋ ਕੇਂਦਰ ਸਰਕਾਰ ਦੇ ਵਿੱਚ ਹੋ ਰਿਹਾ ਉਹ ਕਿਸੇ ਨਾ ਕਿਸੇ ਲਈ ਇਹਦੀ ਵੀ ਜਵਾਬਦੇਹੀ ਹੋਏਗੀ। ਜਿਵੇਂ ਤੁਹਾਡੀ ਜਿਹੜੀ ਪਾਰਟੀ ਉਹ ਛੋਟੀ ਹੈ, ਤੁਸੀਂ ਜਦੋਂ ਇਹਨਾਂ ਦੇ ਉੱਤੇ ਕੋਈ ਸਵਾਲ ਜਵਾਬ ਕਰਦੇ ਹੋ ਤੇ ਇਹਨਾਂ ਦੀ ਪਾਰਟੀ ਜੋ ਹਿੰਦੁਸਤਾਨ ਦੇ ਵਿੱਚ ਕਾਰਗੁਜ਼ਾਰੀ ਕਰ ਰਹੀ ਹੈ ਉਹ ਵੀ ਤੁਹਾਡੇ ਸਵਾਲ ਜਵਾਬ ਦਾ ਹਿੱਸਾ ਬਣਦੇ ਨੇ ਜਦੋਂ ਤੁਸੀਂ ਇਹਨਾਂ ਬਾਰੇ ਟਿੱਪਣੀ ਕਰਦੇ ਹੋ? ਨਹੀਂ, ਉਹ ਪੰਜਾਬੀ ਵਾਲੀ ਗੱਲ ਹੀ ਹੈ ਜੀ। ਪਿਛਲੇ ਵਾਰ ਕੋਈ MPhil ਦੇ ਪੇਪਰ ਦਾ ਰੌਲਾ ਪੈ ਗਿਆ ਸੀਗਾ ਜੀ ਕਿ ਪੰਜਾਬੀ 'ਚ ਨਹੀਂ ਆਉਂਦਾ, ਉਹ ਸਾਡੀ ਪਾਰਟੀ ਨੇ ਸਟ੍ਰਾਈਕ ਕੀਤੀ ਸੀਗੀ ਜੀ, ਉਹਦੇ ਤੇ ਮੈਂ ਬੈਠਾ ਸੀ ਜੀ ਹੜਤਾਲ ਤੇ ਉਦੋਂ ਉਹ ਕੰਮ ਹੋ ਗਿਆ ਸੀਗਾ ਜੀ। ਤੇ ਬਾਈ ਨੂੰ ਪਤਾ ਹੀ ਆ ਜੀ ਕਿ ਬਿਲਕੁਲ ਨਹੀਂ ਉਹ ਹੋਇਆ ਜੀ, ਉਹ ਉਸ ਵਾਰ ਹੋ ਗਿਆ ਸੀਗਾ, ਅਜੇ ਉਹ ਸਟਿਲ ਉਵੇਂ ਪਿਆ ਜੀ। ਯਾਦਵਿੰਦਰ, ਜਿਵੇਂ ਇਹ SFI ਵਾਲਿਆਂ ਨੇ ਵੀ ਕਿਹਾ ਤੇ NSUI ਵਾਲਿਆਂ ਨੇ ਵੀ ਕਿਹਾ ਕਿ ਸਾਡੀ ਜਵਾਬਦੇਹੀ ਬਣਦੀ ਹੈ ਕਿ ਜੋ ਇਸ ਵੇਲੇ ਮੁਲਕ ਦੇ ਵਿੱਚ ਪੋਲੀਟਿਕਸ ਦੇ ਵਿੱਚ ਹੋ ਰਿਹਾ ਜੀ, ਤੇ ਉਹ ਤੁਸੀਂ ਜਾ ਕੇ ਉਹਨਾਂ ਤੋਂ ਤਾਂ ਨਹੀਂ ਪੁੱਛ ਸਕਦੇ ਜੋ ਪਾਰਲੀਮੈਂਟ ਦੇ ਵਿੱਚ ਬੈਠੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਰਾਹੀਂ ਘੱਟੋ ਘੱਟ ਇੱਕ ਪ੍ਰੈਸ਼ਰ ਜ਼ਰੂਰ ਬਿਲਡ ਕਰ ਸਕਦੇ ਹੋ। ਜੇ ਤੁਸੀਂ ਇਹਨਾਂ ਨੂੰ ਪੁੱਛੋਗੇ ਤਾਂ ਇਹ ਜਾ ਕੇ ਗਾਹਾਂ ਪੁੱਛਣਗੇ ਕਿ ਸਾਨੂੰ ਪਛੇਮਾਨੀ ਹੁੰਦੀ ਹੈ, ਇਸ ਗੱਲ ਦਾ ਜਵਾਬ ਦਿਓ। ਇਹ ਮੁੱਦੇ ਤੁਹਾਡੀ ਜਿਹੜੀ ਪੋਲੀਟਿਕਸ ਹੈ ਜਦੋਂ ਹੁਣ ਚੋਣਾਂ ਲੜ ਰਹੀਆਂ ਨੇ ਉਹਦੇ ਵਿੱਚ ਵਿਚਾਰੇ ਵੀ ਜਾ ਰਹੇ ਨੇ ਜਾਂ ਕੀ ਮਸਲੇ ਨੇ? ਬਿਲਕੁਲ ਵਿਚਾਰੇ ਜਾਂਦੇ ਨੇ ਜੀ। ਜਦੋਂ ਇੱਕ ਸੈਂਟਰ ਦੀ ਜੋ ਪਾਰਟੀ ਆ ਕਾਂਗਰਸ ਪਾਰਟੀ, ਉਹਨਾਂ ਦੇ ਰਿਪਰੈਜ਼ੈਂਟੇਟਿਵ ਇੱਕ ਸਟੂਡੈਂਟ ਵਿੰਗ ਬਣਦਾ NSUI, ਔਰ ਉਹੀ ਜਦੋਂ ਇੱਕ ਉਹਨਾਂ ਦੇ ਨੁਮਾਇੰਦੇ ਕਲਾਸ ਦੇ ਵਿੱਚ ਆ ਕੇ ਆਪਣੀਆਂ ਅਚੀਵਮੈਂਟਸ ਦੱਸਦੇ ਨੇ, ਉੱਥੇ ਇਹਨਾਂ ਨੂੰ ਅਸੀਂ ਕ੍ਰਾਸ ਕਰ ਸਕਦੇ ਹਾਂ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਹ ਕੰਮ ਕਰ ਰਹੇ ਹੋ ਬਟ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਪੋਜ਼ਿਟਿਵ ਕੰਮ ਕਰਦੇ ਹੋ। ਉੱਥੇ ਜੋ ਤੁਹਾਡੇ ਸੀਨੀਅਰ ਲੀਡਰ ਨੇ ਜੋ ਸੈਂਟਰ ਦੇ ਵਿੱਚ ਬੈਠੇ ਨੇ, ਉਹ 2G 3G ਕੋਲਗੇਟ ਜੋ ਸਕੈਮ ਹੋ ਰਹੇ ਨੇ ਉਹਨਾਂ ਵਾਸਤੇ ਉਹ ਜ਼ਿੰਮੇਵਾਰ ਨੇ, ਬਟ ਉਹਨਾਂ ਦੇ ਨੁਮਾਇੰਦੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਨੇ। ਇਹਨਾਂ ਨੂੰ ਅਸੀਂ ਸਵਾਲ ਕਰ ਸਕਦੇ ਹਾਂ ਕਿ ਤੁਹਾਡੇ ਸੀਨੀਅਰ ਦੀ ਜਦੋਂ ਇਹ ਰਵੱਈਆ ਔਰ ਉਹ ਇੱਕ ਕਰਪਟ ਨੇ ਔਰ ਸਾਰੀ ਇੰਡੀਆ ਦੇ ਵਿੱਚ ਜਦੋਂ ਕਰਪਸ਼ਨ ਫੈਲਾ ਰਹੇ ਨੇ, ਉੱਥੇ ਹੀ ਉਹਨਾਂ ਦੇ ਨੁਮਾਇੰਦੇ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣਗੇ, ਉਹਨਾਂ ਤੋਂ ਇੱਕ ਆਮ ਸਟੂਡੈਂਟ ਜਿਹਨੂੰ ਕੁਝ ਪਤਾ ਨਹੀਂ ਯੂਨੀਵਰਸਿਟੀ ਦੀ ਸਿਆਸਤ ਬਾਰੇ ਜਾਂ ਫਿਰ ਇੰਡੀਆ ਦੀ ਸਿਆਸਤ ਬਾਰੇ, ਉਹਨਾਂ ਨੂੰ ਜਦੋਂ ਇਹੋ ਜਿਹਾ ਕੁਝ ਪਤਾ ਚੱਲਦਾ ਤਾਂ ਜ਼ਰੂਰ ਇਹਨਾਂ ਤੋਂ ਵੀ ਕੁਐਸਚਨ ਪੁੱਟ ਕਰਦੇ ਨੇ, ਔਰ ਅਸੀਂ ਵੀ ਉਹਨਾਂ ਨੂੰ ਦੱਸਦੇ ਹਾਂ ਕਿ ਜਦੋਂ ਤੁਹਾਡੇ ਕੋਲੇ ਆਉਣਗੇ ਤੁਸੀਂ ਉਹਨਾਂ ਤੋਂ ਉਹ ਚੀਜ਼ਾਂ ਦਾ ਜਵਾਬ ਮੰਗੋ ਜੋ ਉਹਨਾਂ ਦੇ ਗੁਰੂ ਜਾਂ ਜਿਹੜੇ ਉਹਨਾਂ ਦੇ ਵੱਡੇ ਲੀਡਰ ਜਾਂ ਉਹਨਾਂ ਦੇ ਸਿਆਸੀ ਗੁਰੂ ਕਹਿ ਸਕਦੇ ਹਾਂ ਉਹ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਸਿੱਧਾ ਪ੍ਰਭਾਵ ਇਹਨਾਂ ਦੇ ਉੱਪਰ ਵੀ ਪੈਂਦਾ ਜੀ। ਆਪਾਂ ਇਹ ਵੀ ਤੁਹਾਤੋਂ ਇਹ ਵੀ ਪੁੱਛਾਂਗੇ ਹੁਣੀ ਕਿ ਵੀ ਮਤਲਬ ਜੇ ਤੁਸੀਂ ਇਹਨਾਂ ਨੂੰ ਸਵਾਲ ਕਰਦੇ ਹੋ ਤਾਂ ਤੁਸੀਂ ਉਹਦਾ ਬਦਲ ਕੀ? ਯਾਦਵਿੰਦਰ, ਜਦੋਂ ਤੁਸੀਂ ਇਹਨਾਂ ਪਾਰਟੀਆਂ ਨੂੰ ਸਵਾਲ ਕਰਦੇ ਹੋ ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗ ਨੇ ਜੀ, ਤੇ ਤੁਸੀਂ ਵਾਪਸ ਕੀ ਦੱਸਦੇ ਹੋ ਕਿ ਵੀ ਮਤਲਬ ਜਿਵੇਂ NSUI ਨੂੰ ਤੁਸੀਂ ਇਹ ਪੁੱਛ ਲੈਂਦੇ ਹੋ ਕਿ ਵੀ ਤੁਹਾਡੀ ਆਹ ਕੋਲਗੇਟ ਹੋ ਗਿਆ, ਆਹ 2G ਹੋ ਗਿਆ, 3G ਹੋ ਗਿਆ, ਆਹ ਸਪੈਕਟਰਮ ਕਪੜਾ ਹੋ ਗਿਆ, ਤੁਸੀਂ ਬਦਲ 'ਚ ਕੀ ਦਿੰਦੇ ਹੋ ਕਿ ਵੀ ਮਤਲਬ ਅਸੀਂ ਇਹਨਾਂ ਦੇ ਕੀ ਜਵਾਬ ਪੇਸ਼ ਕਰਦੇ ਹਾਂ? ਅਸੀਂ ਜੀ ਉਹਨਾਂ ਨੂੰ ਇਹੀ ਇੱਕ ਰਿਕੁਐਸਟ ਕਰਦੇ ਹਾਂ ਕਿ ਕਿਉਂਕਿ ਇਹਨਾਂ ਦਾ NSUI ਦਾ ਇੱਕ ਕਹਿ ਸਕਦੇ ਹਾਂ ਕਿ ਪੂਰੀ ਫੋਰਸ ਦੇ ਨਾਲ ਇਹ ਯੂਨੀਵਰਸਿਟੀ ਦੇ ਵਿੱਚ ਇਸ ਵਾਰ ਕੰਮ ਕਰ ਰਹੇ ਨੇ, ਆਪਣੇ ਆਪ ਨੂੰ ਪਹਿਲੇ ਸਾਲ ਹੀ ਸਟਰਗਲਿੰਗ ਫੇਸ ਤੋਂ ਜਸਟ ਇਸ ਸਾਲ ਦੇ ਵਿੱਚ ਹੀ ਉੱਥੇ ਆਪਦੇ ਆਪ ਨੂੰ ਇੱਕ ਮੇਜਰ ਪਾਰਟੀ ਦੇ ਰੂਪ 'ਚ ਸਥਾਪਿਤ ਕਰਨਾ ਚਾਹੁੰਦੇ ਨੇ। ਔਰ ਉੱਥੇ ਜਦੋਂ
ਇਹਨਾਂ ਦਾ ਕਾਊਂਟਰ ਕਰਦੇ ਹਾਂ ਤੇ ਉਹਦਾ ਅਸੀਂ ਬਦਲ ਆਪਦੇ ਵਜੋਂ ਦੱਸਦੇ ਹਾਂ ਕਿ ਸਾਡੀ ਪਾਰਟੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੰਡੀਪੈਂਡੈਂਟ ਪਾਰਟੀ ਆ, ਕੋਈ ਪਾਰਟੀ ਦੀ ਸਾਨੂੰ ਕੋਈ ਪੋਲੀਟੀਕਲ ਸਪੋਰਟ ਨਹੀਂ ਹੈ। ਔਰ ਉੱਥੇ ਹੀ ਜਦੋਂ ਸਾਨੂੰ ਕਿਸੇ ਦੀ ਸਪੋਰਟ ਨਹੀਂ ਔਰ ਅਸੀਂ ਕਿਸੇ ਪਾਰਟੀ ਦੇ ਜਵਾਬਦੇਹ ਨਹੀਂ ਹੈਗੇ, ਜੇ ਕਿਸੇ ਸੈਂਟਰ ਦੇ ਵਿੱਚ ਜਾਂ ਸਟੇਟ ਦੇ ਵਿੱਚ ਕੋਈ ਵੀ ਘਪਲਾ ਹੁੰਦਾ ਅਸੀਂ ਉਹਦੇ ਵਾਸਤੇ ਰਿਸਪੌਂਸੀਬਲ ਨਹੀਂ ਹੁੰਦੇ। ਅਸੀਂ ਜੇਕਰ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਰਿਸਪੌਂਸੀਬਲ ਹਾਂ ਤਾਂ ਸਿਰਫ ਆਪਦੇ ਕੰਮਾਂ ਵਾਸਤੇ, ਔਰ ਜੋ ਅਸੀਂ ਉਹਨਾਂ ਨਾਲ ਵਾਅਦੇ ਕੀਤੇ ਨੇ ਜੇ ਅਸੀਂ ਉਹਨਾਂ ਦੇ ਵਾਅਦੇ ਉੱਤੇ ਖਰੇ ਨਹੀਂ ਉਤਰਦੇ ਅਸੀਂ ਉਹਨਾਂ ਚੀਜ਼ਾਂ ਵਾਸਤੇ ਰਿਸਪੌਂਸੀਬਲ ਹੁੰਦੇ ਹਾਂ, ਨਾ ਕਿ ਬੀਜੇਪੀ ਵਾਸਤੇ, ਜਿਹੜੀ ਤੁਹਾਡੀ ਜਿਹੜੀ ਸਿਆਸਤ ਹੈ ਹਾਂਜੀ ਯੂਨੀਵਰਸਿਟੀ ਦੇ ਘੇਰੇ ਤੋਂ ਬਾਹਰ, ਯੂਨੀਵਰਸਿਟੀ ਦੇ ਘੇਰੇ ਤੋਂ ਬਾਹਰ ਜੋ ਵੀ ਹੋ ਰਿਹਾ ਹੈ ਹਾਂਜੀ ਉਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਬਿਲਕੁਲ ਜੀ, ਪੂਰੇ ਮੁਲਕ ਦੇ ਵਿੱਚ ਜੋ ਹੋ ਰਿਹਾ ਉਹਦਾ ਪੂਰੇ ਮੁਲਕ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਉਹਦੇ ਵਾਸਤੇ ਅਸੀਂ ਜਵਾਬਦੇਹ ਨਹੀਂ ਹੈਗੇ ਜੀ। ਉਹਦੇ ਨਾਲ ਸਾਡਾ ਲੈਣਾ ਦੇਣਾ ਜ਼ਰੂਰ ਹੈ ਕਿਉਂਕਿ ਅਸੀਂ ਉਹ ਫੀਲਡ ਨੂੰ ਬਿਲੋਂਗ ਕਰਦੇ ਹਾਂ। ਜੇ ਤੁਹਾਡਾ ਲੈਣਾ ਦੇਣਾ ਤੇ ਉਹਦਾ ਤੁਹਾਡੀ ਸਿਆਸਤ ਦੇ ਵਿੱਚ ਉਹ ਕਿਵੇਂ ਆਉਂਦਾ ਹੈ? ਸਾਡੀ ਸਿਆਸਤ ਦੇ ਵਿੱਚ ਅਸੀਂ ਜੋ ਵੀ ਸੈਂਟਰ ਦੇ ਵਿੱਚ ਕੁਝ ਹੁੰਦਾ ਅਸੀਂ ਉਹਦੇ ਲਈ ਸਾਨੂੰ ਉਹਦੇ ਲਈ ਭੰਡ ਸਕਦੇ, ਉਸ ਤੋਂ ਬਾਅਦ ਕੁਝ ਨਹੀਂ ਇਹਨਾਂ ਲਈ ਭੰਡ ਵੀ ਸਕਦੇ ਹਾਂ ਅਸੀਂ। ਜੇ ਕੋਈ ਅਸੀਂ ਉਹਦੇ ਲਈ ਇਨੀਸ਼ੀਏਟਿਵ ਕੋਈ ਹੁੰਦਾ ਹੈਗਾ ਅਸੀਂ, ਕਿਉਂਕਿ ਸਾਨੂੰ ਬੋਲਣ ਦਾ ਅਧਿਕਾਰ ਆ, ਆਪਦੇ ਆਪ ਨੂੰ ਐਕਸਪ੍ਰੈਸ ਕਰਨ ਦਾ ਅਧਿਕਾਰ ਆ, ਅਸੀਂ ਉਹ ਚੀਜ਼ਾਂ ਰਾਹੀਂ ਉਹਨਾਂ ਨੂੰ ਪੁੱਛ ਸਕਦੇ ਹਾਂ, ਸਵਾਲ ਜਵਾਬ ਕਰ ਸਕਦੇ ਹਾਂ। ਕੋਈ ਨਿਊਜ਼ਪੇਪਰ ਦੇ ਵਿੱਚ ਬੇਸ਼ੱਕ ਜਿਵੇਂ ਅੱਜ ਕੋਈ ਮੀਡੀਆ ਦੇ ਥਰੂ ਅਸੀਂ ਕੁਝ ਵੀ ਪੁੱਛ ਸਕਦੇ ਹਾਂ। ਕੋਈ ਸਾਡੇ ਐਵੇਂ ਕਹਿ ਦਈਏ ਕਿ ਐਡੇ ਪੋਲੀਟੀਕਲ ਲਿੰਕ ਨਹੀਂ ਹੁੰਦੇ ਕਿ ਅਸੀਂ ਦਿੱਲੀ ਜਾ ਕੇ ਜਾਂ ਇੱਥੇ ਚੰਡੀਗੜ੍ਹ ਬੈਠ ਕੇ ਕੋਈ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਜਾ ਕੇ ਬਿਲਕੁਲ ਤੁਹਾਡੀ ਗੱਲ ਸਪਸ਼ਟ ਹੋ ਗਈ ਆ। ਲਵਨੀਤ, ਜਿਹੜਾ ਇਹ ਮਸਲਾ ਹੈ ਕਿ ਵੀ ਇਸ ਵੇਲੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਨੌਜਵਾਨਾਂ ਦੇ ਕੀ ਮਸਲੇ ਨੇ, ਨੌਜਵਾਨਾਂ ਦੇ ਵਿੱਚ ਵਿਦਿਆਰਥੀ ਵੀ ਆਉਂਦੇ ਨੇ ਜਿਹੜੇ ਅਸੀਂ ਨੌਜਵਾਨਾਂ ਦੇ ਮਸਲੇ ਮੰਨਦੇ ਹਾਂ ਕਿ ਵੀ ਇਹ ਨੌਜਵਾਨਾਂ ਦੇ ਮਸਲੇ ਨੇ ਸਾਡੇ ਸਮਾਜ ਦੇ ਵਿੱਚ, ਕੀ ਉਹ ਮਸਲੇ ਤੁਹਾਡੀ ਸਿਆਸਤ ਦਾ ਹਿੱਸਾ ਬਣਦੇ ਨੇ? ਜੇ ਬਣਦੇ ਨੇ ਤਾਂ ਕਿਸ ਰੂਪ 'ਚ ਬਣਦੇ? ਬਿਲਕੁਲ ਬਣਦੇ ਨੇ, ਕਿਉਂਕਿ ਨੌਜਵਾਨ ਦੇਖ ਰਿਹਾ ਕਿ ਕੀ ਹੋ ਰਿਹਾ ਹੈ। ਮਤਲਬ ਅੱਜ ਵੀ 47 ਲੱਖ ਨੌਜਵਾਨ ਬੇਰੁਜ਼ਗਾਰ ਹੈ ਪੰਜਾਬ ਦੇ ਵਿੱਚ, ਜਿਹੜਾ ਰਜਿਸਟਰ ਬੇਰੁਜ਼ਗਾਰ ਹੈ, ਜਿਹਨਾਂ ਲਿਖਾਇਆ ਕਿ ਮੇਰੇ ਕੋਲ ਨੌਕਰੀ ਹੈ ਨਹੀਂ ਐਮਪਲੋਇਮੈਂਟ ਆਫਿਸਰਾਂ ਦੇ ਵਿੱਚ, ਤੇ 1 ਕਰੋੜ ਤੋਂ ਜ਼ਿਆਦਾ ਵੈਸੇ ਨੇ, ਮਤਲਬ ਜਿਨ੍ਹਾਂ ਦਾ ਡਾਟਾ ਹੈ ਨਹੀਂ ਕੋਈ। ਤੇ ਇਸ ਤਰ੍ਹਾਂ ਦੇ ਮਸਲੇ ਸਾਫ਼ ਝਲਕਦੇ ਨੇ। ਮੈਂ ਪੜ੍ਹ ਰਿਹਾ ਯੂਨੀਵਰਸਿਟੀ 'ਚ, ਮੈਨੂੰ ਪਤਾ ਹੈ ਕਿ ਮੇਰੀ ਪਲੇਸਮੈਂਟ ਇੰਨੀ ਪੂਅਰ ਹੈ ਯੂਨੀਵਰਸਿਟੀ ਦੀ ਕਿ ਮੈਨੂੰ ਨੌਕਰੀ ਨਹੀਂ ਮਿਲਣ ਵਾਲੀ ਪੜ੍ਹਨ ਤੋਂ ਬਾਅਦ ਵੀ। ਤਾਂ ਅਸੀਂ ਉਸ ਚੀਜ਼ਾਂ ਦੀ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਪਲੇਸਮੈਂਟ ਜਾਂ ਸਾਡੇ ਪੜ੍ਹਾਈ ਦਾ ਜਿਹੜਾ ਸਟੈਂਡਰਡ ਹੈ ਜਾਂ ਉਸ ਦੇ ਜਿਹੜੇ ਮਤਲਬ ਇਨਫਰਾਸਟਰਕਚਰ ਨੂੰ ਇਸ ਤਰੀਕੇ ਦਾ ਬਣਾਓ ਕਿ ਮਤਲਬ ਸਾਡੇ ਅਪਲਿਫਟਮੈਂਟ ਹੋਵੇ, ਸਾਡੀ ਪਲੇਸਮੈਂਟ ਹੋਵੇ, ਸਾਡੇ ਬੱਚਿਆਂ ਦੀ ਪਲੇਸਮੈਂਟ ਹੋਵੇ। ਤਾਂ ਇਸ ਤਰ੍ਹਾਂ ਦਾ ਪ੍ਰੈਸ਼ਰ ਜੋ ਬਾਹਰ ਹੋ ਰਿਹਾ ਹੈ ਉਹ ਆਟੋਮੈਟਿਕਲੀ ਅੰਦਰ ਝਣਕਣਾ ਸ਼ੁਰੂ ਹੋ ਜਾਂਦਾ ਯੂਨੀਵਰਸਿਟੀ ਦੇ। ਜਿਸ ਤਰ੍ਹਾਂ ਦਾ ਸਿਨੈਰੀਓ ਬਾਹਰ ਬਣ ਰਿਹਾ ਹੁਣ, ਈ ਟੀਜ਼ਿੰਗ ਦਾ ਮੁੱਦਾ, ਸਾਰੇ ਜੇ ਦੁਨੀਆ ਵਿੱਚ ਕੋਈ ਮੋਲੈਸਟੇਸ਼ਨ ਹੋ ਰਹੀ ਹੈ, ਕਿਤੇ ਕਿਤੇ ਰੇਪ ਹੋ ਰਹੇ ਨੇ, ਤਾਂ ਉਹਦੀ ਝਲਕ ਜਿਹੜੀ ਹੈ ਉਹ ਯੂਨੀਵਰਸਿਟੀ ਦੇ ਅੰਦਰ ਦਿਖਦੀ ਹੈ ਤੇ ਉਹ ਚਰਚਾ ਦਾ ਵਿਸ਼ੇ ਜ਼ਰੂਰ ਬਣਦੀ ਹੈ ਕਿ ਯੂਨੀਵਰਸਿਟੀ ਦੇ ਜੇ ਬਾਹਰ ਈ ਟੀਜ਼ਿੰਗ ਹੁੰਦੀ ਹੈ ਤਾਂ ਯੂਨੀਵਰਸਿਟੀ 'ਚ ਵੀ ਹੁੰਦੀ ਹੈ ਜੀ, ਬਿਲਕੁਲ ਹੁੰਦੀ ਹੈ। ਤੇ ਉਹਦੇ ਖਿਲਾਫ ਕੀ ਹੋ ਰਿਹਾ ਯੂਨੀਵਰਸਿਟੀ 'ਚ? ਤੇ ਜੇ ਕੀ ਤੁਹਾਡੇ ਜਿਹੜੇ ਇਸ ਵਾਰ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਇਹ ਮੁੱਦਾ ਹੈ ਕਿ ਵੀ ਮਤਲਬ ਪੂਰੇ ਮੁਲਕ ਦੇ ਵਿੱਚ ਕੁੜੀਆਂ ਨਾਲ ਹੋ ਰਹੀ ਛੇੜਛਾੜ ਦੇ ਉੱਤੇ ਚਰਚਾ ਹੋ ਰਹੀ ਹੈ, ਕਿਸ ਰੂਪ ਦੇ ਵਿੱਚ? ਕੌਣ ਪਾਰਟੀ ਕਹਿ ਰਹੀ ਹੈ ਕਿ ਅਸੀਂ ਪੂਰੇ ਯੂਨੀਵਰਸਿਟੀ ਨੂੰ ਛੇੜਛਾੜ ਤੋਂ ਮੁਕਤ ਕਰਵਾ ਦੇਵਾਂਗੇ? ਸਾਡੇ ਚੋਣ ਮੈਨੀਫੈਸਟੋ 'ਚ ਪੁਆਇੰਟ ਹੈ ਜੀ। ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ, ਸਿਰਫ ਫੀਮੇਲ ਜਿਹੜੀ ਉੱਥੇ ਚੌਂਕੀ ਬਣਾਈ ਜਾਵੇ ਗਰਲਜ਼ ਹੋਸਟਲ ਦੇ ਨੇੜੇ, ਤਾਂ ਕਿ ਉਹਨਾਂ ਦਾ ਜਿਹੜੀ ਉਹ ਹੋ ਸਕੇ, ਉਹਨਾਂ ਦੀ ਸਿਕਿਉਰਿਟੀ ਦਾ ਹੋ ਸਕੇ। ਪਲੱਸ ਇਹਦੇ ਨਾਲ ਅਸੀਂ ਇਹ ਇਨਸ਼ੋਰ ਕਰੀਏ ਉਹਨਾਂ ਨੂੰ ਸਟੂਡੈਂਟ ਨੂੰ ਇਸ ਲੈਵਲ ਤੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਈਂਡ ਸੈਟ ਚੇਂਜ ਕਰੀਏ ਕਿ ਜੈਂਡਰ ਇਕੁਐਲਿਟੀ ਆ ਸਕੇ, ਜਿਵੇਂ ਅਸੀਂ ਬॉयਜ਼ ਫ੍ਰੀਲੀ ਘੁੰਮ ਸਕਦੇ ਹਾਂ। ਜੈਂਡਰ ਇਕੁਐਲਿਟੀ ਦਾ ਇੱਕ ਮਿੰਟ, ਜੈਂਡਰ ਇਕੁਐਲਿਟੀ ਤਾਂ ਆਊਗੀ ਜੇ ਤੁਸੀਂ ਉਹਨਾਂ ਨੂੰ ਬਰਾਬਰ ਦਾ ਮੌਕਾ ਦਿਓਗੇ। ਕਿਤੇ ਤੁਸੀਂ ਆਪਣੀ ਰਾਜਨੀਤੀ 'ਚ ਉਹਨਾਂ ਨੂੰ ਬਰਾਬਰ ਦਾ ਮੌਕਾ ਦਿਓ ਤਾਂ ਹੀ ਇਕੁਐਲਿਟੀ ਆਊਗੀ। ਅਸੀਂ ਦਿੱਤਾ, ਅਸੀਂ ਪਹਿਲੇ ਤੋਂ ਹੀ ਕਿਹਾ ਸੀਗਾ ਕਿ ਜੇ ਅਸੀਂ ਇਲੈਕਸ਼ਨ ਕੰਟੈਸਟ ਕਰਾਂਗੇ ਤਾਂ ਸਾਡੇ ਵੱਲੋਂ ਕੁੜੀ ਹੀ ਇਲੈਕਸ਼ਨ ਕੰਟੈਸਟ ਕਰੇਗੀ ਤੇ ਉਹ ਕਰ ਰਹੀ ਹੈ ਪ੍ਰੈਜ਼ੀਡੈਂਟ ਪੋਸਟ ਲਈ। ਸ਼ਾਇਦ ਕਿਸੇ ਨੇ ਨਹੀਂ ਉਹਨਾਂ ਨੂੰ ਮੌਕਾ ਦਿੱਤਾ, ਸਾਰੀਆਂ ਪਾਰਟੀਆਂ ਵੱਲੋਂ ਹੀ ਕਰਦੀ ਹੈ ਜੀ। ਸਾਡੇ ਸਾਰੀਆਂ ਪਾਰਟੀਆਂ ਦੇ ਪੈਨਲ ਦੇ ਵਿੱਚ ਇੱਕ ਕੁੜੀ ਹੁੰਦੀ ਹੈ। ਇਹਨਾਂ ਨੇ ਨਾਰਮਲੀ ਸਰ ਹਰ ਵਾਰ ਇੱਕ ਕੁੜੀ ਹੁੰਦੀ ਆ ਹਰੇਕ ਪੈਨਲ ਦੇ ਵਿੱਚ ਇੱਕ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪ੍ਰੈਜ਼ੀਡੈਂਟ ਲਈ ਤੁਸੀਂ ਕਿੰਨੀ ਵਾਰ ਕੁੜੀ ਦਿੱਤੀ ਹੈ? 4 ਮੇਨ ਪੋਸਟਾਂ ਹੁੰਦੀਆਂ ਨੇ ਉੱਥੇ ਸਰ ਅਸੀਂ 50% ਜੋ ਗਰਲਜ਼ ਨੂੰ ਅਸੀਂ ਮੌਕਾ ਦਿੱਤਾ। ਸਭ ਤੋਂ ਮੇਨ ਪੋਸਟ ਤੁਸੀਂ ਕਿੰਨੀ ਵਾਰ ਦਿੱਤਾ? ਵਾਸਤੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਵਾਸਤੇ, ਪ੍ਰੈਜ਼ੀਡੈਂਟ ਵਾਸਤੇ ਬॉय ਆ, ਵਾਈਸ ਪ੍ਰੈਜ਼ੀਡੈਂਟ ਔਰ ਜਨਰਲ ਸੈਕਟਰੀ। ਪ੍ਰੈਜ਼ੀਡੈਂਟ ਵਾਸਤੇ ਬॉय ਕਿਉਂ ਨਹੀਂ? ਉਹੀ ਸਾਡਾ ਸਵਾਲ ਹੈ ਕਿ ਪ੍ਰੈਜ਼ੀਡੈਂਟ ਵਾਸਤੇ ਬॉय ਕਿਉਂ? ਇੱਕ ਜਿਹੜਾ ਅਹਿਮ ਮੁੱਦਾ ਜਿਹੜਾ ਚੋਣਾਂ ਨਾਲ ਜੁੜਿਆ ਹੋਇਆ ਉਹ ਇਹ ਹੈ ਕਿ ਵੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਤੁਹਾਡੀ ਚੋਣ ਹੈ ਉਹਦੇ ਤੇ ਖਰਚਾ ਤਕਰੀਬਨ ਕਿੰਨਾ ਕੁ ਆਉਂਦਾ ਹੈ? ਅਰਸ਼ ਨੂੰ ਮੈਂ ਤੁਹਾਤੋਂ ਪੁੱਛਣਾ ਚਾਹਾਂਗਾ ਕਿ ਕਿੰਨਾ ਕੁ ਖਰਚਾ ਆਉਂਦਾ ਤੇ ਕਾਹਦੇ ਤੇ ਆਉਂਦਾ ਖਰਚਾ? ਖਰਚਾ ਦਾ ਜੀ ਬਸ ਜਿਹੜੇ ਕੋਈ ਪ੍ਰਿੰਟਿੰਗ ਹੁੰਦੀ ਹੈਗੀ ਜਾਂ ਜਿਹੜੇ ਵੀ ਕੋਈ ਮੈਸ ਕੰਟੀਨ ਦਾ ਖਰਚਾ ਹੁੰਦਾ, ਇਹੀ ਖਰਚਾ ਹੁੰਦਾ ਜੀ। ਮੈਸ ਕੰਟੀਨ ਦਾ ਖਰਚਾ ਕੀ ਮਤਲਬ ਉੱਥੇ ਤੁਸੀਂ ਦੂਜਿਆਂ ਨੂੰ ਲਿਆ ਕੇ ਖਾਣਾ ਥੋੜਾ ਬਹੁਤਾ ਹੁੰਦਾ ਜੀ, ਕੋਈ ਬਾਹਲਾ ਨਹੀਂ ਖਰਚਾ ਹੁੰਦਾ। ਤੇ ਪਰ ਅਖਬਾਰਾਂ ਦੇ ਵਿੱਚ ਤਾਂ ਖਬਰਾਂ ਇਹ ਛਪਦੀਆਂ ਨੇ ਕਿ ਵੀ ਤੁਸੀਂ ਮਤਲਬ ਕੋਈ ਵੀ ਤੁਹਾਡੇ ਚੋਂ ਉਹ ਗੱਡੀਆਂ ਭਰ ਕੇ
ਸਟੂਡੈਂਟਸ ਨੂੰ ਫਿਲਮ ਦਿਖਾਉਣ ਲੈ ਕੇ ਜਾਂਦੇ ਹੋ, ਹੋਟਲਾਂ 'ਚ ਖਾਣਾ ਖਵਾਉਂਦੇ ਹੋ, ਇਹ ਸਾਰੀਆਂ ਖਬਰਾਂ ਅਖਬਾਰਾਂ 'ਚ ਆਉਂਦੀਆਂ ਨੇ। ਖਰਚਾ ਜਿਹੜਾ ਨਾ ਜੀ ਇਲੈਕਸ਼ਨ ਤੁਸੀਂ ਹਰੇ ਅਖਬਾਰਾਂ ਵਾਲੇ ਵੀ ਉਹਨੂੰ ਇਸ ਤਰੀਕੇ, ਇਲੈਕਸ਼ਨ ਸਿਰਫ ਇਕੱਲੇ ਪ੍ਰੈਜ਼ੀਡੈਂਟ ਦਾ ਨਹੀਂ ਹੁੰਦਾ ਜੀ, 4 ਪੈਨਲ ਦੇ ਉੱਥੇ ਰਿਪਰੈਜ਼ੈਂਟੇਟਿਵ ਨੇ, ਬਾਕੀ 87 88 ਜਿਹੜੇ DR ਡਿਪਾਰਟਮੈਂਟਾਂ ਦੇ ਬੰਨੇ ਜੀ ਜੀ। ਉਹ ਖਰਚਾ ਫਿਰ ਡਿਵਾਈਡ ਹੁੰਦਾ, ਸਾਡੀਆਂ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਉਹ ਜਿਹੜਾ ਗਰੁੱਪ ਹੁੰਦਾ ਉਹ ਕਲੈਕਟਿਵ ਉਹਨਾਂ ਨੂੰ ਜਿਹੜੇ ਫੰਡ ਹੁੰਦਾ ਆਪਸ ਚ ਅਸੀਂ ਨਹੀਂ। ਇੱਕ ਚੋਣ ਲੜਨ ਦੇ ਉੱਤੇ ਕਿੰਨਾ ਕੁ ਖਰਚਾ? ਮੈਂ ਪੁੱਛਣਾ ਲਿੰਗ 2 ਦੀ 50 ਰੁਪਏ ਆਉਂਦੇ ਨੇ, 60 ਰੁਪਏ ਆਉਂਦੇ ਨੇ, 100 ਰੁਪਏ ਆਉਂਦੇ ਨੇ। ਲਿੰਗ 2 ਦੀ ਸਰ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਜੋ ਖਰਚਾ ਉਹ 5000 ਹੁੰਦਾ ਸਰ, ਠੀਕ ਆ। ਬਟ ਮੈਂ ਤੁਹਾਨੂੰ ਦੱਸਦਾ ਇਲੈਕਸ਼ਨਾਂ ਦੇ ਦਿਨਾਂ ਵਿੱਚ ਖਾਸ ਕਰ ਜਦੋਂ ਹੁਣ 2 ਦਿਨ ਰਹਿ ਗਏ, ਹਰੇਕ 2 ਘੰਟਿਆਂ ਦੇ ਵਿੱਚ 5000 ਰੁਪਇਆ ਖਰਚਾ ਹੁੰਦਾ ਹਰੇਕ ਪਾਰਟੀ ਵੱਲੋਂ। ਔਰ ਜੋ ਅਸੀਂ ਗੱਲ ਕਰੀਏ ਜੋ ਯੂਨੀਵਰਸਿਟੀ ਦੇ ਲੈਵਲ ਤੱਕ ਦੀਆਂ ਪਾਰਟੀਆਂ ਨੇ, ਸੋਪੂ ਪੂਸੂ, ਸਾਡਾ ਜੋ ਇਲੈਕਸ਼ਨ ਦੇ ਉੱਤੇ ਖਰਚਾ ਕਰੀਬਨ ਸੀਰੀਅਸਲੀ ਦੱਸਦਾ ਆਫ ਦੀ ਰਿਕਾਰਡ 5 ਤੋਂ 6 ਲੱਖ ਰੁਪਇਆ ਘੱਟੋ ਘੱਟ ਹੁੰਦਾ ਹੀ ਆ। ਔਰ ਉੱਥੇ ਹੁਣ ਇਹ ਜੋ ਫੰਡ ਆ, ਕਿਉਂਕਿ ਜਿਵੇਂ ਮੇਰੇ ਵੀਰ ਨੇ ਕਿਹਾ ਇਲੈਕਸ਼ਨ ਕੱਲਾ ਪ੍ਰੈਜ਼ੀਡੈਂਟ ਦਾ ਨਹੀਂ ਹੁੰਦਾ, ਬਾਕੀ ਸਾਰੇ ਪੈਨਲ ਦਾ ਔਰ ਜੋ 85 87 DR ਨੇ ਉਹਨਾਂ ਦਾ ਹੁੰਦਾ। ਔਰ ਉੱਥੇ ਬਟ ਜੋ ਜਿਹੜਾ ਉਮੀਦਵਾਰ ਨੇ ਆਪਣੀ ਜੇਬ ਚੋਂ ਖਰਚਿਆ ਉਹ ਵੱਖਰਾ, ਜੋ ਪਾਰਟੀ ਕੋਲ ਜਿਹਦਾ ਹਿਸਾਬ ਕਿਤਾਬ ਹੁੰਦਾ ਹੈ, ਚਾਹੇ ਉਹ ਕਾਗਜ਼ ਤੇ ਲਿਖਿਆ ਹੋਵੇ ਚਾਹੇ ਨਾ ਲਿਖਿਆ ਹੋਵੇ, ਉਹ 5 ਤੋਂ 6 ਲੱਖ ਰੁਪਏ ਦਾ ਹੁੰਦਾ। ਕੁੱਲ ਮਿਲਾ ਕੇ ਸਰ ਉਹ 5-6 ਲੱਖ ਰੁਪਏ ਹੁੰਦਾ। ਬਟ ਸਰ ਅੱਜ ਦੀ ਡੇਟ ਦੇ ਵਿੱਚ ਜਦੋਂ ਸੈਂਟਰ ਦੀਆਂ ਪਾਰਟੀਆਂ ਇੱਥੇ ਆ ਗਈਆਂ ਨੇ ਯੂਨੀਵਰਸਿਟੀ ਦੇ ਵਿੱਚ, ਜਿਵੇਂ NSUI ਦੀ ਗੱਲ ਕਰੀਏ, ਕਾਂਗਰਸ ਉਧਰ ਸੈਂਟਰ ਦੇ ਵਿੱਚ ਸਰਕਾਰ ਆ ਉਹਨਾਂ ਦੀ, ਔਰ ਇੱਥੇ ਜਦੋਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਸੀ ਪਹਿਲੇ ਸਾਲ ਹੀ ਆਪਦੇ ਆਪ ਨੂੰ ਪੂਰਾ ਸਥਾਪਿਤ ਕਰਨਾ ਚਾਹੁੰਦੇ ਨੇ, ਔਰ ਇਹਨਾਂ ਕੋਲੇ ਫੰਡਿੰਗ ਦੀ ਕੋਈ ਘਾਟ ਨਹੀਂ। ਕਾਂਗਰਸ ਨੂੰ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਪੈਸੇ ਨਾਲ ਕੋਈ ਬਿਜ਼ਨਸਮੈਨਾਂ ਦੀ ਪਾਰਟੀ ਹੈ, ਸਾਡੇ ਨਾਲ ਸਟੂਡੈਂਟ ਨੇ, ਸਾਡੇ ਨਾਲ ਵਰਕਰਸ ਨੇ, ਅਸੀਂ ਆਪ ਦੀ ਪਾਵਰ ਸਟੂਡੈਂਟ ਪਾਵਰ ਨਾਲ ਆਪਦੇ ਆਪ ਨੂੰ ਐਸਟੈਬਲਿਸ਼ ਕੀਤਾ, ਪੈਸੇ ਨਾਲ ਜੋ ਡਿਸਟ੍ਰੀਬਿਊਸ਼ਨ ਕਰਦੇ ਆ। ਭੁਪਿੰਦਰ ਜੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਤੁਹਾਡੇ ਕੋਲ ਆਉਣਾ, ਮੈਂ 5-6 ਲੱਖ ਦੀ ਗੱਲ ਕਰਦਾ। ਜੇ ਮੇਰੇ ਭਰਾ ਦੀ ਗੱਲ ਕਰੀਏ, ਜੋ ਇਹਨਾਂ ਦੀ ਪਾਰਟੀ ਅੱਜ ਕੱਲ ਖਰਚ ਕਰ ਰਹੀ ਆ, ਇਹਨਾਂ ਨੇ ਕਰੀਬਨ ਹਾਲੇ ਤੱਕ 20-25 ਲੱਖ ਰੁਪਇਆ ਖਰਚ ਦਿੱਤਾ ਹੋਏਗਾ। ਔਰ ਉਹਦੇ ਬਾਅਦ ਜੋ ਇਹਨਾਂ ਨੇ ਪਤਾ ਲੱਗਦਾ, ਮੈਂ ਤੁਹਾਨੂੰ ਦੱਸਦਾ, ਬੁਕਲੈਟਸ ਡਿਸਟ੍ਰੀਬਿਊਟ ਕਰਦੇ ਨੇ ਬਕਾਇਦਾ ਸਟੂਡੈਂਟਸ ਨੂੰ, ਉਹਨਾਂ ਤੋਂ ਲੈ ਕੇ ਗਾਂਧੀ ਫੈਮਿਲੀ ਤੋਂ ਲੈ ਕੇ ਸਟੂਡੈਂਟਸ ਦੀ ਆਪਦੀ, ਔਰ ਜੋ ਸਟੂਡੈਂਟਸ ਨੇ ਕੰਮ ਕੀਤਾ ਹੁੰਦਾ ਉਹਦੇ ਵਿੱਚ ਬਕਾਇਦਾ ਪ੍ਰਿੰਟਡ ਹੁੰਦਾ। ਦੂਸਰੀ ਗੱਲ, ਜੋ ਸਟੂਡੈਂਟਸ ਨੇ ਨਵੇਂ ਫਰੈਸ਼ਰ, ਕਿਉਂਕਿ NSUI ਪਾਰਟੀ ਨੂੰ ਕੋਈ ਖਾਸ ਯੂਨੀਵਰਸਿਟੀ ਦੇ ਵਿੱਚ ਜਾਣਦਾ ਨਹੀਂ ਸੀ ਪਹਿਲਾਂ, ਉਹਨਾਂ ਦੀ ਦਿਮਾਗ 'ਚ ਇੱਕ ਛਾਪ ਛੱਡਣ ਲਈ ਹਰ ਰੋਜ਼ ਉਹਨਾਂ ਨੂੰ ਚੱਕਿਆ ਜਾਂਦਾ, ਸ਼ਾਮ ਨੂੰ ਬਕਾਇਦਾ ਆਪਣੇ ਜੋ ਮਲਟੀਪਲੈਕਸ ਨੇ, ਸਿਨੇਪਲੈਕਸ ਨੇ, ਉੱਥੇ ਲੈ ਕੇ ਤੁਹਾਡੇ ਵੱਲੋਂ ਵੀ ਇੱਕ ਮੈਸੇਜ ਅਸੀਂ ਵੈਸੇ ਮੈਂ ਵਿਚਾਰ 'ਚ ਲੈਣਾ ਚਾਹੁੰਦਾ ਕਿ ਇਹ ਮਸਲਾ ਕਲੀਅਰ ਹੈ ਇੱਥੋਂ ਕਿ ਕਿੰਨਾ ਪੈਸਾ ਇਹ ਲਾਉਂਦੇ ਨੇ ਚੋਣਾਂ 'ਚ। ਦੂਜੀ ਗੱਲ, ਕੱਲਾ ਇਸ ਤਰ੍ਹਾਂ ਨਾਲ ਇਹ ਤੁਹਾਡੇ ਇਹਨਾਂ ਦੇ ਵੱਲੋਂ ਵੀ ਸੁਨੇਹੇ ਦਿਨ ਪਰ ਦਿਨ ਲੱਗ ਜਾਂਦੇ ਪਏ, ਇੰਨੇ ਤੋਂ ਇੰਨੇ ਡਿਸਕ 'ਚ ਪਾਰਟੀ ਤੇ ਸਨੈਕਸ ਫ੍ਰੀ ਤੇ ਫਲਾਣਾ, ਤੇ ਇਹਨਾਂ ਵੱਲੋਂ ਵੀ ਖਰਚੇ ਜਾਂਦੇ ਨੇ। ਮਤਲਬ ਇਹ ਇਸ ਤੋਂ ਕਲੀਅਰ ਹੈ ਕਿ ਇਸ਼ੂਜ਼ ਨੂੰ ਲੈ ਕੇ ਰਾਜਨੀਤੀ ਨਹੀਂ ਹੋ ਰਹੀ, ਇਹ ਕਿਸੇ ਵੱਲੋਂ ਵੀ ਨਹੀਂ ਹੋ ਰਹੀ। ਗਲੈਮਰਸ ਟੱਚ ਆ ਬਿਲਕੁਲ। ਮੈਂ ਤੁਹਾਨੂੰ ਐਜ਼ ਅ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਦੱਸਦਾ, ਭੁਪਿੰਦਰ ਤੁਸੀਂ 2 ਪਾਰਟੀਆਂ ਦਾ ਤੁਹਾਡਾ ਤਜਰਬਾ ਹੈ। ਹਾਂਜੀ, ਜਦੋਂ ਤੁਸੀਂ ਸੋਪੂ ਦੇ ਵਿੱਚ ਸੀਗੇ, ਜਿਹੜਾ ਉਹਨਾਂ ਦਾ ਤਜਰਬਾ, ਪੂਸੂ ਵਾਲਾ ਤਜਰਬਾ, ਪਹਿਲਾਂ ਮੈਂ ਅਰਸ਼ ਨੂਰ ਹੋਣਾ ਕੋਲ ਜਾਵਾਂਗਾ। ਤੁਸੀਂ ਦੱਸਿਓ ਕਿ ਉਹਨਾਂ ਨੇ ਕਿਹਾ ਕਿ ਵੀ ਸਾਡਾ 5 ਤੋਂ 6 ਲੱਖ ਰੁਪਏ ਦੇ ਖਰਚਾ ਆਉਂਦਾ। ਜੇ ਤੁਸੀਂ ਉਹਨਾਂ ਨਾਲ ਮੁਕਾਬਲਾ ਕਰਨਾ, ਤਕਰੀਬਨ ਉਦਾਂ ਦਾ ਖਰਚਾ ਆਏਗਾ। ਜਿਵੇਂ ਮੈਨੂੰ ਯਾਦ ਹੈ ਕਿ ਕਿਸੇ ਵੇਲੇ ਇਸ ਕਿਸਮ ਦਾ ਮੁਕਾਬਲਾ ਹੁੰਦਾ ਸੀ ਕਿ ਉਹਨਾਂ ਨੇ 40 ਕਾਰਾਂ ਦਾ ਜਲੂਸ ਕੱਢਿਆ ਤੇ ਅਸੀਂ 50 ਦਾ ਕੱਢਾਂਗੇ, ਜੇ ਉਹਨਾਂ ਨੇ 50 ਦਾ ਕੱਢਿਆ ਤੇ ਅਸੀਂ 60 ਦਾ ਕਰਾਂਗੇ। ਤੁਹਾਡਾ ਕਿੰਨਾ ਕੁ ਖਰਚਾ ਆਉਂਦਾ? ਵੇਖੋ ਹੋ ਜਾਂਦਾ। ਜਿਵੇਂ ਅੱਜ ਮੇਰੇ ਕੋਲ ਇੱਕ ਮੁੰਡਾ ਆਇਆ ਆ ਕੇ ਸਟੂਡੈਂਟ ਸੀਗਾ ਜੀ UIT ਦਾ, ਮੈਨੂੰ ਕਹਿੰਦਾ ਜੀ NSUI ਵਾਲੇ ਪਾਰਟੀ ਵਾਲੇ 2-2000 ਰੁਪਏ ਇੱਕ ਮੁੰਡੇ ਨੂੰ ਦੇਈ ਜਾਂਦੇ ਹੈਗੇ ਜੀ, ਉਹ ਦਾਰੂ ਬਣਦੇ ਆ, 100 ਪਾਈਪਰ ਬਣਦੇ ਆ, ਬਾਈ ਤੁਸੀਂ ਵੀ ਕੁਝ ਕਰੋ ਯਾਰ। ਉਹ ਦੇਖੋ ਦੇਖ ਹੁੰਦਾ ਜੀ ਕਿ ਕੋਈ ਮਤਲਬ ਉਹਨਾਂ ਨੇ ਜੇ 100 ਪਾਈਪਰ ਵੰਡੀ ਹੈ ਤਾਂ ਕੋਈ ਨਾ ਕੋਈ ਕੰਪੀਟੀਸ਼ਨ ਹੋ ਜਾਂਦਾ ਨਾ ਜੀ। ਸਾਨੂੰ ਐ ਹੋ ਜਾਂਦਾਗਾ ਕਿ ਜੇ 100 ਪਾਈਪਰ ਦੇਈ ਜਾਂਦੇ ਆਪਾਂ ਨੂੰ ਵੀ ਬਰਾਬਰ ਦੇਣੀ ਪਊਗੀ ਜੀ। ਹਾਂਜੀ, ਤੇ ਜੇ ਸਾਰੇ ਇਹਨਾਂ ਵਾਂਗੂ ਹੋ ਜਾਣ ਜੀ ਕਿ ਆਪਾਂ ਸਾਰੇ ਫਿਰ ਮਾਹੌਲ ਬਦਲ ਜਾਏ। ਮੇਰੇ ਭਰਾ ਠਾਕੁਰ ਜੀ SFI ਨੂੰ ਕਰਦੇ ਨੇ, ਨਾ ਇਹ ਖਰਚਾ ਕਰਦੇ ਨੇ, ਜਨਰਲ ਇਹ ਮੁੱਦਿਆਂ ਦੀ ਆਈਡੀਓਲੋਜੀ ਦੀ ਗੱਲ ਕਰਦੇ ਨੇ। ਜਿੱਥੇ ਕਿਤੇ ਸੋਪੂ ਪੂਸੂ ਦੀ ਗੱਲ ਸੀ, ਸਾਡੀ ਆਈਡੀਓਲੋਜੀ ਵੀ ਆ ਔਰ ਸਾਨੂੰ ਕੋਈ ਸਪੋਰਟ ਨਹੀਂ। ਔਰ ਜੇ ਕਿਤੇ ਜ਼ਰੂਰ ਮੈਂ ਉਹਨਾਂ ਨੂੰ ਕਿਹਾ, ਰਾਤ ਵੀ ਸਾਡੀ ਗੱਲ ਹੋਈ ਆ, ਅਸੀਂ ਤੁਹਾਨੂੰ ਕਿਹਾ ਚੌਧਰੀ ਸਾਹਿਬ ਵੀ ਤੁਹਾਡੀ ਜ਼ਰੂਰ ਅਸੀਂ ਨਾਲ ਤੁਹਾਡੇ ਨਾਲ ਲੜਾਂਗੇ ਇਲੈਕਸ਼ਨ। ਬਟ ਜਦੋਂ ਇੱਥੇ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਵਿੱਚ ਆ ਕੇ, ਜੋ ਇੱਕ ਰੀਜਨਲ ਪਾਰਟੀਆਂ ਨੇ, ਯੂਨੀਵਰਸਿਟੀ ਦੀਆਂ ਆਪਦੀਆਂ ਪਾਰਟੀਆਂ ਨੇ, ਉੱਥੇ ਆ ਕੇ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਵਿੱਚ ਇੰਟਰਫੇਅਰ ਕਰਦੀ ਆ। ਔਰ ਉਹਨਾਂ ਦੀ ਚਾਰੇ ਪਾਸੇ ਸਪੋਰਟ ਕਰਦੀ। ਕਿ ਜਦੋਂ ਤੁਸੀਂ ਸੋਪੂ ਦੇ ਵਿੱਚ ਸੀਗੇ, ਤੁਸੀਂ ਆਪ ਵੀ ਕੈਂਡੀਡੇਟ ਰਹੇ ਹੋ, ਹੁਣ ਤੇ ਉਹ ਪ੍ਰਧਾਨ ਤੁਸੀਂ ਕਈ ਸਾਲ ਪਹਿਲਾਂ ਰਹੇ ਹੋ, ਤੁਸੀਂ ਦੱਸੋ ਕਿ ਵੀ ਜਿਹੜਾ ਖਰਚਾ ਹੈ ਉਹ ਕਿਹੜੀਆਂ ਮੱਦਾਂ ਤੇ ਆਉਂਦਾ ਹੈ? ਸ਼ਰਾਬ ਦੇ ਉੱਤੇ ਆਉਂਦਾ ਹੈ, ਸਿਨੇਮਾ ਫਿਲਮਾਂ ਦਿਖਾਉਣ ਦੇ ਉੱਤੇ ਆਉਂਦਾ ਹੈ, ਕਿਹੜੀਆਂ ਤੇ ਉੱਤੇ ਆਉਂਦਾ? ਨਹੀਂ ਜੀ, ਐਵੇਂ ਦਾ ਕੋਈ ਖਰਚਾ ਨਹੀਂ ਆਉਂਦਾ, ਨਾ ਸ਼ਰਾਬ ਤੇ ਆਉਂਦਾ, ਨਾ ਫਿਲਮਾਂ ਤੇ ਆਉਂਦਾ ਜੀ। ਖਰਚੇ ਜਿਹੜੇ ਆ ਉਹ ਪ੍ਰਿੰਟਿੰਗ ਦਾ ਸਭ ਤੋਂ ਵੱਡਾ ਖਰਚਾ ਹੁੰਦਾ ਜੀ। ਤੁਹਾਡੀ ਪਾਰਟੀ ਦਾ ਉਮੀਦਵਾਰ ਬੈਠਾ ਹੈ? ਹਾਂਜੀ, ਸੋਪੂ ਵੱਲੋਂ ਵੀ ਮੈਂ ਕਹਿ ਰਿਹਾ। ਤੁਹਾਡੇ ਜਾਣ ਤੋਂ ਬਾਅਦ ਇਹਨਾਂ ਦਾ ਕਲਚਰ ਵਿਗੜਿਆ?
ਨਹੀਂ ਮੈਂ ਤਾਂ ਅੱਜ ਵੀ ਮੰਨਦਾ ਕਿ ਕੋਈ ਸ਼ਰਾਬ ਸ਼ਰੂਬ ਵਾਲਾ ਕੋਈ ਖਰਚਾ ਨਹੀਂ, ਕੋਈ ਇੱਕ ਅੱਧਾ ਬੰਦਾ ਕੋਈ ਇਹੋ ਜਿਹਾ ਹੋ ਜਾਂਦਾ ਹੁਣ ਇਨਸੀਡੈਂਟ ਜਿਹੜਾ ਕੋਈ ਸ਼ਰਾਬ ਮੰਗਦਾ ਨਾ, ਤਾਂ ਕੋਈ ਐਵੇਂ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਆ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਦਾ ਮਿਆਰ ਇੰਨਾ ਡਿੱਗਾ ਨਹੀਂ ਹੈ ਕਿ ਉਹ ਸ਼ਰਾਬ ਦੀ ਬੋਤਲ ਮੰਗੇ ਜਾਂ ਕੁਝ ਮੰਗੇ। ਜਿਹੜੇ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਦਿੱਤਾ ਜਾਂਦਾ ਸਰ, ਕੋਈ ਨਹੀਂ ਪਰੋਸਦਾ, ਅਸੀਂ ਤਾਂ ਦਿੰਦੇ ਅਸੀਂ ਨਹੀਂ ਬਿਲਕੁਲ ਵੀ ਕਿਸੇ ਨੂੰ ਦਿੰਦੇ। ਔਰ ਇਹਨਾਂ ਨੇ ਕੀ ਕਹਿੰਦੇ ਨੇ ਕਿ ਜੋ ਇਹਨਾਂ ਦੀ ਪਾਰਟੀ ਆ ਉਹ ਸਟੂਡੈਂਟ ਨੂੰ ਤੁਸੀਂ ਬਿਲਕੁਲ ਇਹ ਅਫਵਾਹਾਂ ਔਰ ਉਹ ਕੰਪੀਟੀਸ਼ਨ ਸਾਡੇ ਕੋਲੇ ਆ ਜਾਂਦਾ ਕਿ ਉਹ ਪਾਰਟੀ ਇਹ ਕਰ ਰਹੀ ਆ, ਤੁਸੀਂ ਆ ਜਾਂਦਾ ਹੋਊਗਾ ਤੁਹਾਡੇ ਕੋਲ, ਕਿਉਂਕਿ ਸਾਡੀ ਪਾਕਟ ਸਾਡੀ ਪਾਰਟੀ ਇੰਨਾ ਬਜਟ ਹੁੰਦਾ ਨਹੀਂ ਸਾਡਾ ਕਿ ਅਸੀਂ ਇਹ ਚੀਜ਼ ਅਫੋਰਡ ਕਰ ਸਕੀਏ। ਇਹਨਾਂ ਨੇ ਉਮਰ ਡਾਏ ਹੋਏ ਆ ਯੂਨੀਵਰਸਿਟੀ 'ਚ ਕਿ ਨੈਸ਼ਨਲ ਪਾਰਟੀ ਹੈ, ਪਤਾ ਨਹੀਂ ਇਹਨਾਂ ਕੋਲ ਕਿੰਨਾ ਕੁ ਪੈਸਾ ਹੈ, ਇਸ ਕਰਕੇ ਇਹਨਾਂ ਕੋਲ ਕੋਈ ਸਟੂਡੈਂਟ ਚਲਾ ਜਾਂਦਾ ਹੋਊਗਾ ਇਹਨਾਂ ਨੂੰ ਦੱਸਣ ਵਾਸਤੇ। ਜੇ ਗੱਲ ਕਰੀਏ ਸਰ ਰੀਸੈਂਟ ਐਗਜ਼ਾਮਪਲ ਦੇਣਾ ਚਾਹੁੰਦਾ, ਜੇ ਸਾਡੇ ਕੋਲ ਹੈਲਪ ਡੈਸਕ ਲੱਗੇ ਸੀ ਸਰ, ਉੱਥੇ ਟੈਂਟ ਲੱਗੇ ਸੀ ਬਕਾਇਦਾ, ਸਾਡੇ ਟੈਂਟ ਦੀ ਇਨੈਗਰੇਸ਼ਨ ਕਰਨ ਆਉਂਦੇ ਨੇ ਸਾਡੇ ਫਾਊਂਡਰ ਮੈਂਬਰ ਜਸਕਰਨ ਬਰਾੜ, ਇਹਨਾਂ ਦੇ ਟੈਂਟ ਦੀ ਇਨੈਗਰੇਸ਼ਨ ਕਰਨੇ ਆਉਂਦੇ ਨੇ ਆਸਕਰ ਫਰਨਾਂਡੇਸ, ਸੈਂਟਰ ਦੇ ਮਿਨਿਸਟਰ ਨੇ। ਮੈਂ ਤੁਹਾਨੂੰ ਦੱਸਦਾ ਬਹੁਤ ਚੰਗੀ ਗੱਲ ਆ, ਪਰ ਜਿੱਥੇ ਗੱਲ ਕਰਨ ਵਾਲੀ ਆ ਉੱਥੋਂ ਉਸ ਟਾਈਮ ਤੇ ਯੂਨੀਵਰਸਿਟੀ ਦਾ ਰੂਲ ਸੀ ਕਿ ਆਊਟਸਾਈਡਰ ਕੋਈ ਨਹੀਂ ਆਏਗਾ, ਜੇ ਆਊਟਸਾਈਡਰ ਆਉਂਦਾ ਕੋਈ ਐਡਮਿਸ਼ਨ ਲਈ ਉੱਥੇ ਇਕੱਠ 50 ਬੰਦਿਆਂ ਤੋਂ ਵੱਧ ਨਹੀਂ ਹੋਊਗਾ, ਐਡਮਿਨਿਸਟ੍ਰੇਸ਼ਨ ਦੀ ਪਾਰਸ਼ੈਲਿਟੀ ਬਹੁਤ ਹੁੰਦੀ ਹੈ, 200 ਬੰਦਿਆਂ ਦਾ ਸੀ। ਔਰ ਜੋ ਉੱਥੇ ਉਹਨਾਂ ਦੇ ਵੈਲਕਮ ਕਰਨ ਲਈ ਜੋ ਸੁਵਿਧਾਵਾਂ ਦਿੱਤੀਆਂ ਗਈਆਂ ਸੀ, ਹਰੇਕ ਜਿੱਥੋਂ ਐਂਟਰੈਂਸ ਹੁੰਦੀ ਆ 3 ਯੂਨੀਵਰਸਿਟੀ ਦੇ ਗੇਟ ਨੇ, ਬਕਾਇਦਾ ਪ੍ਰੋਪਰ ਫਲੈਕਸਾਂ ਲੱਗੀਆਂ ਸੀ, ਜਿਹਦਾ ਹਰੇਕ ਫਲੈਕਸ ਦਾ ਖਰਚ ਮੇਰਾ ਖਿਆਲ ਕਰੀਬ 5000 ਰੁਪਏ ਹੋਣਾ। ਔਰ ਜਿਹੜੀ ਰੋਡ ਤੋਂ ਉਹ ਟੈਂਟ ਤੱਕ ਪਹੁੰਚ ਰਹੀ ਸੀ ਹੈਲਪ ਡੈਸਕ, ਤੁਹਾਡੀ ਗੱਲ ਉੱਥੇ 10-15 ਤੁਹਾਡੀ ਗੱਲ ਲੱਗੀ ਸੀ, ਤਕਰੀਬ ਅਸੀਂ ਉਹ ਕਹਿ ਸਕਦੇ ਉਹਨਾਂ ਦੇ ਵੈਲਕਮ ਕਰਨ ਦੇ ਵਿੱਚ ਉਸ ਦਿਨ ਦਾ ਕਰੀਬ ਖਰਚਾ 1 ਲੱਖ ਰੁਪਏ। ਭੁਪਿੰਦਰ, ਮੈਨੂੰ ਲੱਗਦਾ ਕਿ ਵੀ ਆਪਾਂ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਫੈਸਲਾ ਤਾਂ ਨਹੀਂ ਕਰ ਸਕਦੇ, ਪਰ ਸਾਡੇ ਦਰਸ਼ਕਾਂ ਨੂੰ ਖਾਸਾ ਅੰਦਾਜ਼ਾ ਇਸ ਗੱਲ ਦਾ ਲੱਗ ਗਿਆ ਹੋਣਾ ਕਿ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਯੂਨੀਵਰਸਿਟੀ ਦੇ ਵਿੱਚ ਕਿਹੜੇ ਮੁੱਦਿਆਂ ਤੇ ਬਹਿਸ ਕਰ ਰਹੇ ਨੇ, ਕਿਸ ਕਿਸਮ ਦੀ ਸਿਆਸਤ ਕਰ ਰਹੇ ਨੇ। ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਨੌਜਵਾਨ ਵਿਦਿਆਰਥੀ ਆਗੂਆਂ ਦੇ ਮਸਲੇ ਤੁਸੀਂ ਸੁਣ ਲਏ ਨੇ। ਇਹ ਮਸਲੇ ਕਿੰਨੇ ਕੁ ਤਤਕਾਲੀ ਨੇ ਅਤੇ ਕਿੰਨੇ ਕੁ ਚਿਰਕਾਲੀ ਨੇ, ਇਸ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਹੁਣ ਇਹ ਸੋਚਣ ਦਾ ਮਸਲਾ ਹੈ ਕਿ ਵਿਦਿਆਰਥੀ ਸਿਆਸਤ ਵਿੱਚੋਂ ਸਮਾਜ ਦੀ ਝਲਕ ਪੈਂਦੀ ਹੈ ਜਾਂ ਸਮਾਜ ਦੀ ਨੁਮਾਇੰਦਗੀ ਵਿਦਿਆਰਥੀ ਸਿਆਸਤ ਵਿੱਚ ਹੋ ਰਹੀ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।